ਹੈਲੋ ਦੋਸਤੋ, ਵੈਲਕਮ ਆ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬ ਸਟੱਡੀ ਆਈਕਿਊ ਤੇ। ਅੱਜ ਦਾ ਆਪਣਾ ਜੋ ਟੌਪਿਕ ਹੈ ਉਹ ਆਪਾਂ ਗੱਲ ਕਰਨੀ ਆ ਡਾਇਰੈਕਸ਼ਨ ਦੇ ਬਾਰੇ। ਤਾਂ ਡਾਇਰੈਕਸ਼ਨ ਕਾਹਦਾ ਟੌਪਿਕ ਆਪਣਾ ਰੀਜ਼ਨਿੰਗ ਦਾ ਟੌਪਿਕ ਆ, ਔਰ ਜਿਸ ਐਗਜ਼ਾਮ ਦੇ ਵਿੱਚ ਵੀ ਸੀ ਸੈਟ ਆਉਂਦਾ ਉਹਦੇ ਲਈ ਇੰਪੋਰਟੈਂਟ ਆ, ਜਾਂ ਬਾਕੀ ਤੁਸੀਂ ਜਿਹੜਾ ਵੀ ਐਗਜ਼ਾਮ ਦੇਣਾ ਚਾਹੁੰਦੇ ਹੋ, ਚਾਹੇ ਕੋਈ ਬੈਂਕ ਵਗੈਰਾ ਦਾ, ਰੇਲਵੇ ਦਾ, ਪੁਲਿਸ ਦਾ, ਜਾਂ ਫਿਰ ਕੋਈ ਹਾਈ ਲੈਵਲ ਦੇ ਐਗਜ਼ਾਮ ਹੁੰਦੇ ਆ ਲਾਈਕ UPSC PPSC ਦਾ ਕੋਈ ਐਗਜ਼ਾਮ ਆ, PSSB ਦਾ ਐਗਜ਼ਾਮ ਆ, SSC CGL CHSL, ਜਾਂ ਕੋਈ ਵੀ ਤੁਸੀਂ ਸਟੇਟ ਦਾ ਐਗਜ਼ਾਮ ਦੇਣਾ, ਤਾਂ ਸਾਰਿਆਂ ਦੇ ਵਿੱਚ ਹੀ ਇਹ ਇੰਪੋਰਟੈਂਟ ਚੈਪਟਰ ਕਹਿ ਲਓ ਤੁਸੀਂ ਰੀਜ਼ਨਿੰਗ ਦਾ ਮੰਨਿਆ ਜਾਂਦਾ। ਤਾਂ ਕਰਕੇ ਇਹਨੂੰ ਆਪਾਂ ਜ਼ਿਆਦਾ ਤਰਜੀਹ ਦੇਣੀ ਆ, ਅਤੇ ਜੇ ਤਾਂ ਤੁਹਾਨੂੰ ਆਉਂਦਾ ਤਾਂ ਤੁਹਾਡੇ ਲਈ ਬੜਾ ਈਜ਼ੀ ਟੌਪਿਕ ਹੋਣ ਵਾਲਾ। ਤਾਂ ਉਮੀਦ ਕਰਦੇ ਹਾਂ ਫਿਰ ਵੀ ਜਿਸ ਕਿਸੇ ਨੂੰ ਵੀ ਆਉਂਦਾ ਤਾਂ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲੇਗਾ। ਤਾਂ ਤੁਸੀਂ ਅਗਰ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਹੋਣ ਵਾਲੀ ਆ। ਤਾਂ ਕਰਕੇ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ, ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਚਲੋ ਬਿਨਾਂ ਕਿਸੇ ਦੇਰੀ ਤੋਂ ਆਪਣੀ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਥੋੜ੍ਹਾ ਜਿਹਾ ਇਹਦੇ ਬਾਰੇ ਦੱਸ ਦਈਏ, ਫਿਰ ਇਹਦੋਂ ਬਾਅਦ 'ਚ ਆਪਾਂ ਕੁਐਸਚਨ ਹੀ ਕਰਨੇ ਆ, ਪ੍ਰੈਕਟਿਸ ਕਰਾਂਗੇ। ਦੇਖੋ ਆਪਣੇ ਕੋਲ ਸਾਰਿਆਂ ਨੂੰ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿਹੜਾ ਟੌਪਿਕ ਕੀ ਆ ਆਪਣਾ। ਅੱਜ ਦਾ ਟੌਪਿਕ ਹੈ ਆਪਣਾ ਡਾਇਰੈਕਸ਼ਨਸ ਦਿਸ਼ਾ। ਤਾਂ ਇਹਦੇ 'ਚ ਆਪਣੇ ਕੋਲੇ ਕਈ ਤਰ੍ਹਾਂ ਦੇ ਕੁਐਸਚਨ ਬਣਦੇ ਆ। ਇੱਥੇ ਆਪਾਂ ਕੱਲੀ ਟਾਈਪ ਦੇ ਬਾਰੇ ਤਾਂ ਨਹੀਂ ਡਿਸਕਸ ਕਰਨਾ, ਤਾਂ ਤੁਹਾਨੂੰ ਮੈਂ ਸਿੱਧਾ ਟੂ ਦਾ ਪੁਆਇੰਟ ਗੱਲਾਂ ਦੱਸਦਾ, ਤਾਂ ਤੁਸੀਂ ਨੋਟ ਕਰਨੀਆਂ ਔਰ ਤੁਹਾਡਾ ਕੰਮ ਇੰਨੇ ਨਾਲ ਕਲੀਅਰ ਹੋ ਜਾਣਾ। ਦੇਖੋ ਆਪਣੇ ਕੋਲੇ ਮੇਨਲੀ ਕਿੰਨੀਆਂ ਡਾਇਰੈਕਸ਼ਨ ਹੁੰਦੀਆਂ ਨੇ, 4 ਹੁੰਦੀਆਂ ਨੇ। ਇੱਧਰ ਆਪਣੇ ਕੋਲੇ ਨਾਰਥ, ਈਸਟ, ਵੈਸਟ, ਸਾਊਥ। ਜੇ ਕਿਸੇ ਨੂੰ ਵੈਸੇ ਵੀ ਨਹੀਂ ਯਾਦ ਰਹਿੰਦੀਆਂ ਤਾਂ ਤੁਸੀਂ ਯਾਦ ਰੱਖਣਾ ਵੀ ਨਿਊਜ਼ ਲਿਖਣਾ ਇੱਥੋਂ ਸਟਾਰਟ ਕਰਨਾ, NEWS, ਮਤਲਬ ਐਸ ਲੋਟ ਆਪਾਂ ਨਿਊਜ਼ ਲਿਖਣਾ ਇਨ ਦਿਸ ਵੇ, ਠੀਕ ਆ। ਤਾਂ ਐਸ ਲੋਟ ਆਪਾਂ ਨਿਊਜ਼ ਲਿਖਣਾ, ਔਰ ਜੋ ਆਪਣੇ ਕੋਲੇ ਨਿਊਜ਼ ਹੁੰਦਾ ਉਹਦਾ ਆਪਣੇ ਕੋਲੇ ਫੁੱਲ ਫਾਰਮ ਵੀ ਇਹੀ ਹੁੰਦੀ ਆ, ਨਾਰਥ, ਈਸਟ, ਵੈਸਟ ਅਤੇ ਸਾਊਥ। ਤਾਂ ਹੁਣ ਇਹਦੇ 'ਚ 4 ਡਾਇਰੈਕਸ਼ਨਾਂ ਨੇ ਜਿਹੜੀਆਂ, ਇਹ ਤਾਂ ਮੁੱਖ ਡਾਇਰੈਕਸ਼ਨਾਂ ਹੁੰਦੀਆਂ, ਪਰ ਇਹਨਾਂ ਦੇ ਵਿੱਚੋਂ ਇੱਕ ਇਹਨਾਂ ਦੇ ਵਿਚਾਲ ਦੀ ਇੱਥੇ ਜੇ ਕੋਈ ਚੀਜ਼ ਆਉਂਦੀ ਆ ਆਹ ਵਾਲੇ ਪੁਆਇੰਟ 'ਤੇ, ਔਰ ਇੱਧਰੋਂ ਮਤਲਬ ਆਹ ਵਾਲੇ ਪੁਆਇੰਟ 'ਤੇ, ਇੱਥੋਂ ਆਹ ਵਾਲੇ ਪੁਆਇੰਟ 'ਤੇ, ਆਹ ਵਾਲੇ ਪੁਆਇੰਟ 'ਤੇ, ਤਾਂ ਇਹ ਕਿਹੜੀ ਨਾਰਥ ਔਰ ਈਸਟ ਦੇ ਵਿਚਕਾਰ ਪੈਂਦੀ ਆ, ਤਾਂ ਆਹ ਡਾਇਰੈਕਸ਼ਨ ਨੂੰ ਅਸੀਂ ਕਹਿੰਦੇ ਆ ਨਾਰਥ ਈਸਟ, ਠੀਕ ਆ। ਤਾਂ ਐਵੇਂ ਜਿਹੜੀ ਡਾਇਰੈਕਸ਼ਨ ਦੇ ਵਿਚਾਲੇ ਪਊਗੀ ਤਾਂ ਉਹਨੂੰ ਆਪਾਂ ਕਹੀ ਜਾਣਾ ਨਾਰਥ ਵੈਸਟ, ਐਵੇਂ ਸੋ ਔਨ, ਆਹ ਵਾਲੀਆਂ ਡਾਇਰੈਕਸ਼ਨਾਂ ਦੇ ਨਾਮ ਹੋ ਜਾਣਗੇ। ਆਹ ਤਾਂ ਤੁਹਾਨੂੰ ਕਲੀਅਰ ਹੋ ਗਿਆ ਵੀ ਕਿਹੜੀ ਡਾਇਰੈਕਸ਼ਨ ਕਿੱਧਰ ਪੈਂਦੀ ਆ। ਓਕੇ, ਇੱਕ ਇਹਦੇ 'ਚ ਆਪਾਂ ਗੱਲ ਕਰਨੀ ਆ, ਜਿਵੇਂ ਕਿ ਕੋਈ ਟਰਨ ਕਰੂਗਾ, ਜੇ ਤਾਂ ਉਹ ਟਰਨ ਕਰਦਾ ਲੈਫਟ, ਜੇ ਤਾਂ ਉਹ ਟਰਨ ਕਰਦਾ ਲੈਫਟ, ਠੀਕ ਆ, ਤਾਂ ਤੁਸੀਂ ਚੱਲਣਾ ਹੁੰਦਾ ਆਲਮੋਸਟ 90 ਡਿਗਰੀ ਐਂਟੀ ਕਲੋਕਵਾਈਜ਼। ਕਿਵੇਂ ਚੱਲਣਾ? ਐਂਟੀ ਕਲੋਕਵਾਈਜ਼, ਯਾਨੀ ਕਿ ਜੇ ਤੁਸੀਂ ਇੱਧਰ ਨਾਰਥ ਵੱਲ ਫੇਸ ਕਰਿਆ ਤਾਂ ਉਹ ਤੁਹਾਨੂੰ ਕਹਿਦਾ ਵੀ ਲੈਫਟ ਲੈਣਾ, ਤਾਂ ਤੁਸੀਂ ਲੈਫਟ ਕਿੱਧਰ ਨੂੰ ਲੈਣਾ, ਮਤਲਬ ਇੱਧਰ ਨੂੰ ਲਾਓਗੇ ਨਾ, ਤਾਂ ਪੂਰਾ 90 ਡਿਗਰੀ ਤੇ ਇੱਧਰ ਨੂੰ ਮੁੜ ਜਾਣਾ। ਮਤਲਬ 90 ਡਿਗਰੀ ਦਾ ਕਿਵੇਂ ਹੁੰਦਾ, ਜਿਵੇਂ ਤੁਸੀਂ ਇੱਥੇ ਖੜੇ ਹੋ, ਆਹ ਨਾਰਥ 'ਤੇ ਫੇਸ ਆ, ਤਾਂ ਸਿੱਧਾ ਇੱਥੇ ਵੈਸਟ ਵਾਲੀ ਡਾਇਰੈਕਸ਼ਨ 'ਤੇ ਇੱਥੋਂ ਆ ਜਾਣਾ, ਆਹ ਪੂਰਾ 90 ਡਿਗਰੀ ਦਾ ਐਂਗਲ ਹੁੰਦਾ। ਪਤਾ ਲੱਗ ਗਿਆ? ਜੇ ਲੈਫਟ ਲੈਣਾ ਤਾਂ 90 ਡਿਗਰੀ ਐਂਟੀ ਕਲੋਕਵਾਈਜ਼ ਆ। ਅਗਰ ਤੁਹਾਨੂੰ ਕਹਿੰਦਾ ਵੀ ਕਲੋਕਵਾਈਜ਼ ਚੱਲਣਾ ਤਾਂ ਕਲੋਕਵਾਈਜ਼ ਹਮੇਸ਼ਾ ਰਾਈਟ ਸਾਈਡ 'ਤੇ ਚੱਲੂਗਾ, ਤਾਂ ਉਹ 90 ਡਿਗਰੀ ਕਲੋਕਵਾਈਜ਼ ਚੱਲੂਗਾ। ਇੱਥੋਂ ਪਤਾ ਲੱਗ ਗਿਆ ਤੁਹਾਨੂੰ? ਕਲੋਕਵਾਈਜ਼ ਐਂਟੀ ਕਲੋਕਵਾਈਜ਼ ਤਾਂ ਐਵੇਂ ਕਰਨਾ। ਅਗਰ ਉਹ 45 ਡਿਗਰੀ ਦੀ ਗੱਲ ਕਰਦਾ ਦੈਨ ਉਹ ਇੱਥੇ ਕਿਤੇ ਵਿਚਕਾਰ ਦੀ ਗੱਲ ਕਰ ਰਿਹਾ, ਇੱਥੇ 45 ਹੋਊਗਾ। ਆਹ ਪੂਰੀ ਲਾਈਨ ਦੇਖੋ, ਆਪਾਂ ਜੇ ਇੱਕ ਸਰਕਲ ਮੰਨੀਏ ਐਵੇਂ, ਤਾਂ ਆਹ ਜਿਹੜੀ ਆਪਣੇ ਕੋਲੇ ਆਹ ਆਪਾਂ ਇੱਥੇ ਤਾਂ 0 ਡਿਗਰੀ ਕਹਿ ਦਿੰਦੇ ਆ, ਤਾਂ ਇੱਥੇ ਆਪਣਾ ਕਿੰਨਾ ਗਾ, ਆਹ 90 ਡਿਗਰੀ ਆ। ਹੁਣ 90 ਡਿਗਰੀ ਇੱਧਰ ਹੋ ਗਿਆ, 90 ਡਿਗਰੀ ਇੱਧਰ ਹੋ ਗਿਆ। ਤਾਂ ਜੇ ਪੂਰੀ ਲਾਈਨ ਦੇਖੀਏ ਆਪਾਂ, ਇੱਥੇ ਮੈਂ ਪੁਆਇੰਟਾਂ ਦੇ ਇੱਕ ਨਾਮ ਲਿਖ ਰਿਹਾ AB, ਤਾਂ ਇਹ ਪੂਰੀ ਲਾਈਨ ਕਿੰਨੇ ਦੀ ਹੁੰਦੀ ਹੈ? 180 ਦੀ। ਤਾਂ ਇਸ ਤਰ੍ਹਾਂ ਹੀ ਆ ਨੀਚੇ 90 ਡਿਗਰੀ ਇੱਧਰ ਆ, ਅਤੇ 90 ਆਹ ਵਾਲਾ, 90 ਆਹ ਵਾਲਾ, ਜਾਣੀ ਕਿ ਆਹ ਪੂਰਾ ਇਹਨੇ ਇਹਨਾਂ ਨੂੰ ਡਿਵਾਈਡ ਕਰਤਾ 180 ਨੂੰ, ਤਾਂ ਇਹ ਟੋਟਲ 360 ਡਿਗਰੀ ਦੇ ਹੁੰਦੇ ਨੇ ਆਪਣੇ ਕੋਲ। ਤਾਂ ਇੱਥੋਂ ਤੱਕ ਤੁਹਾਨੂੰ ਆਪਾਂ ਇੱਕ ਬੇਸਿਕ ਜਿਹੀ ਗੱਲ ਕੀਤੀ ਆ ਵੀ ਕਿਵੇਂ ਘੁੰਮਣ ਫਿਰਨ ਕਰਾਉਣਾ ਆਪਾਂ ਇਹਨਾਂ ਦਾ, ਤਾਂ ਤੁਹਾਨੂੰ ਸਮਝ ਲੱਗ ਗਿਆ। ਹੁਣ ਚਲੋ ਕਰਦੇ ਹਾਂ, ਫਿਰ ਆਪਾਂ ਸਵਾਲ ਸਟਾਰਟ ਕਰਾਂਗੇ ਇਹ ਤੋਂ ਬਾਅਦ ਦੇ। ਤਾਂ ਦੇਖੋ ਪਹਿਲੇ ਤਰ੍ਹਾਂ ਦੇ ਆਪਣੇ ਕੋਲ ਇੱਕ ਸਵਾਲ ਹੁੰਦੇ ਨੇ ਵੀ ਕੋਈ ਕਿਸੇ ਇੱਕ ਦਿਸ਼ਾ ਦੇ ਵਿੱਚ ਕੋਈ ਜਾ ਰਿਹਾ, ਫਿਰ ਉਹਨੇ ਲੈਫਟ ਲਏ, ਰਾਈਟ ਲਏ, ਇੱਧਰ ਮੁੜਿਆ, ਮਤਲਬ ਠੀਕ ਹੈ ਲੈਫਟ ਰਾਈਟ ਜਿੰਨੇ ਵੀ ਲਊਗਾ ਉਹ ਸਮ ਦੇ ਅਕੋਰਡਿੰਗ ਹੋਊਗਾ ਆਪਣੇ ਕੋਲ। ਤਾਂ ਉਹਦੇ 'ਚ ਆਪਾਂ ਦੱਸਣਾ ਹੁੰਦਾ ਵੀ ਇੰਨੇ ਕਿਲੋਮੀਟਰ ਉੱਧਰ ਨੂੰ ਗਿਆ, ਇੰਨੇ ਮੀਟਰ ਤੁਰਿਆ। ਵੀ ਕਹਿਣ ਤੋਂ ਭਾਵ ਕੀ ਆ ਵੀ ਆਪਾਂ ਨੂੰ ਉਹ ਕੀ ਪੁੱਛੂਗਾ, ਆਪਾਂ ਨੂੰ ਉਹ ਪੁੱਛੂਗਾ ਵੀ ਨਾਓ ਵਿਚ ਡਾਇਰੈਕਸ਼ਨ, ਮਤਲਬ ਹੁਣ ਕਿਹੜੀ ਦਿਸ਼ਾ ਦੇ ਵਿੱਚ ਆ, ਠੀਕ ਆ। ਤਾਂ ਇਹਦੇ ਬਾਰੇ ਆਪਾਂ ਨੂੰ ਉਹ ਗੱਲ ਕਰੂਗਾ ਵੀ ਹੁਣ ਉਹ ਕਿਹੜੀ ਡਾਇਰੈਕਸ਼ਨ ਦੇ ਵਿੱਚ ਆ। ਜਿਵੇਂ ਤੁਸੀਂ ਮੰਨ ਲਓ ਕੋਈ ਵਿਅਕਤੀ ਆ, ਕੋਈ ਵੀ A ਵਿਅਕਤੀ ਆ, ਠੀਕ ਆ, ਤਾਂ ਉਹ ਮੂਵ ਕਰ ਰਿਹਾ ਨਾਰਥ ਵੱਲ ਨੂੰ, ਮਤਲਬ 50 ਮੀਟਰ ਗਿਆ, ਠੀਕ ਆ। ਤਾਂ ਨਾਰਥ ਵੱਲ ਕਿੰਨਾ ਗਿਆ, ਉਹ 50 ਮੀਟਰ ਗਿਆ। ਫਿਰ ਉਹਨੇ ਲੈਤੀ
ਰਾਈਟ ਟਰਨ, ਉਹ ਰਾਈਟ ਸਾਈਡ ਨੂੰ ਮੁੜਿਆ ਤੇ ਇੱਧਰ ਨੂੰ ਵੀ ਉਹ 50 ਮੀਟਰ ਗਿਆ। ਦੈਨ ਫਿਰ ਉਹਨੇ ਰਾਈਟ ਮੀਟਰ ਲੈਤੀ ਤਾਂ ਫਿਰ ਉਹ 25 ਮੀਟਰ ਗਿਆ। ਫਿਰ ਇਹ ਤੋਂ ਬਾਅਦ ਦੇ ਵਿੱਚ ਉਹ ਕੋਈ ਹੋਰ ਮਤਲਬ ਕਿ ਲੈ ਲਓ ਤੁਸੀਂ ਵੀ ਲੈਫਟ ਟਰਨ ਲੈਂਦਾ ਤਾਂ ਦੈਨ ਉਹ ਫਿਰ 20 ਮੀਟਰ ਮੁੜਦਾ। ਤਾਂ ਹੁਣ ਦੱਸੋ ਵੀ ਉਹ ਕਿਹੜੀ ਡਾਇਰੈਕਸ਼ਨ ਦੇ ਵਿੱਚ ਜਾਊਗਾ। ਤਾਂ ਤੁਸੀਂ ਜਦੋਂ ਤੁਹਾਨੂੰ ਕਿਹਾ ਤਾਂ ਤੁਸੀਂ ਆ ਇੱਕ ਇੱਥੋਂ ਬੇਸ ਪੁਆਇੰਟ ਮੰਨ ਲੈਣਾ, ਠੀਕ ਆ। ਇਹਦੇ ਉੱਪਰ ਹਮੇਸ਼ਾ ਨਾਰਥ, ਤੁਹਾਡੇ ਪੰਜਾਬ ਦਾ ਨਾਰਥ ਨਹੀਂ ਦੇਖਣਾ, ਇਹਦੇ ਪੇਜ ਦੇ ਉੱਪਰ ਹਮੇਸ਼ਾ ਨਾਰਥ ਹੁੰਦਾ ਇੱਥੇ, ਠੀਕ ਆ। ਤਾਂ ਇਹਦੇ ਅਕੋਰਡਿੰਗ ਚਲਾਓ ਤੁਸੀਂ। ਤਾਂ ਏ ਨੂੰ ਆਪਾਂ ਚਲਾਇਆ, ਇੱਥੇ 0 ਸੀ ਤਾਂ ਪਹਿਲਾ ਪੁਆਇੰਟ ਆ ਗਿਆ, ਇੱਥੇ ਆਪਾਂ ਲਿਖਤਾ ਵੀ ਇਹ ਕਿੰਨਾ ਚੱਲਿਆ 50 ਮੀਟਰ ਚੱਲਿਆ। ਫਿਰ ਉਹਨੇ ਕਿੰਨਾ ਲਈ ਰਾਈਟ ਟਰਨ, ਤੁਹਾਨੂੰ ਦੱਸੀ ਆ ਵੀ ਕਿਹੜੀ ਸਾਈਡ ਹੁੰਦੀ ਆ ਕਲੌਕਵਾਈਜ਼। ਤਾਂ ਹੁਣ ਕਲੌਕ ਕਿੱਧਰ ਨੂੰ ਘੁੰਮਦਾ, ਐਸ ਲੋਟ ਘੁੰਮਦਾ ਨਾ। ਤਾਂ ਇੱਥੋਂ ਇਹਨੂੰ ਆਪਾਂ ਮੋੜਾਂਗੇ ਰਾਈਟ ਕਿੰਨੇ ਤੇ ਮੁੜਦਾ ਹੁੰਦਾ 90 ਡਿਗਰੀ ਤੇ। ਤਾਂ ਇੱਧਰ ਨੂੰ ਸਿੱਧੀ ਡਾਇਰੈਕਸ਼ਨ ਹੋ ਗਈ ਇਹਦੀ B ਪੁਆਇੰਟ, ਇੱਧਰ ਨੂੰ ਕਿੰਨਾ ਗਿਆ ਇਹ 50 ਮੀਟਰ। ਤਾਂ ਫਿਰ ਆਪਣੇ ਕੋਲੇ ਉਹਨੇ ਰਾਈਟ ਟਰਨ ਲੈਤੀ ਤਾਂ ਜਾਣੀ ਕਿ ਰਾਈਟ ਟਰਨ ਉਹ ਕਿੱਧਰ ਨੂੰ ਲਊਗਾ ਆਪਦੀ, ਉਹਦਾ ਰਾਈਟ ਤਾਂ ਹੁਣ ਇਹੀ ਬਣੂਗਾ ਨਾ, ਇੱਧਰ ਨੂੰ ਨੀਚੇ ਨੂੰ ਆਊਗਾ। ਤਾਂ ਇਹ ਇੱਥੇ ਕਿੰਨਾ ਹੋਇਆ ਸਾਡੇ ਕੋਲ 25 ਮੀਟਰ। ਤਾਂ ਇੱਥੇ ਜਿਹੜਾ ਵੀ ਪੁਆਇੰਟ ਆਊਗਾ ਉਹ ਕਿਤੇ C ਆਊਗਾ। ਤਾਂ ਫਿਰ ਦੇਖੋ ਉਹ ਲੈਫਟ ਲੈਂਦਾ। ਹੁਣ ਆਪਾਂ ਜੇ ਹੁਣ ਤਾਹਾਂ ਨੂੰ ਮੂੰਹ ਫੇਸ ਕੀਤਾ ਤਾਂ ਆਪਣਾ ਜੇ ਮਤਲਬ ਆ ਆਪਾਂ ਮੰਨ ਲਓ ਤਾਂ ਨੂੰ ਮੂੰਹ ਕਰੀ ਖੜੇ ਆ ਤਾਂ ਆਪਣਾ ਰਾਈਟ ਇੱਧਰ ਆ, ਲੈਫਟ ਇੱਧਰ ਆ। ਹੁਣ ਇਹੀ ਜੇ ਆਪਾਂ ਫੇਸ ਇੱਧਰ ਨੂੰ ਕਰ ਲਈਏ ਤਾਂ ਆਪਣਾ ਰਾਈਟ ਇੱਧਰ ਹੋ ਜਾਣਾ, ਲੈਫਟ ਇੱਧਰ ਹੋ ਜਾਣਾ। ਤਾਂ ਹੁਣ ਇਹ ਆਪਦੇ ਲੈਫਟ ਤੇ ਟਰਨ ਲਊਗਾ ਤਾਂ ਇੱਧਰ ਨੂੰ ਇਹਦਾ ਫੇਸ ਹੋ ਜਾਣਾ, ਠੀਕ ਆ। ਤਾਂ ਹੁਣ ਉਹਨਾਂ ਨੇ ਪੁੱਛਿਆ ਵੀ ਉਹ ਹੁਣ ਕਿਹੜੀ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ। ਤਾਂ ਹੁਣ ਆਪਣੀ ਉਹ ਕਿਹੜੀ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ, ਜੇ ਆਪਾਂ ਇੱਥੋਂ ਚਲਾਈ ਸੀ ਇਹਨੂੰ, ਆਪਾਂ ਬੇਸ ਪੁਆਇੰਟ ਤੋਂ ਇੱਥੋਂ ਚਲਾਇਆ ਸੀ ਨਾ, ਤਾਂ ਉੱਪਰ ਆਪਣੇ ਕੋਲੇ ਨਾਰਥ ਆ, ਨੀਚੇ ਆਪਣੇ ਕੋਲ ਸਾਊਥ ਆ, ਇੱਧਰਲੀ ਸਾਈਡ ਫਿਰ ਆਪਣੀ ਕਿਹੜੀ ਡਾਇਰੈਕਸ਼ਨ ਆ, ਈਸਟ ਡਾਇਰੈਕਸ਼ਨ ਆ। ਆਹ ਤਾਂ ਹੋ ਗਿਆ ਆਪਾਂ ਵੀ ਜੇ ਪੂਰੀ ਡਾਇਗਰਾਮ ਦੇ ਅਕੋਰਡਿੰਗ ਕਰਨਾ। ਨਹੀਂ ਤੁਸੀਂ ਇਹਦੇ 'ਚ ਕੁਛ ਨਹੀਂ ਕਰਨਾ ਹੁੰਦਾ, ਤੁਹਾਨੂੰ ਤੁਸੀਂ ਕਿਵੇਂ ਸਿੰਪਲ ਕਰਨਾ ਤਾਂ ਤੁਸੀਂ ਦੇਖੋ ਉਹਨੇ ਕਿਹੜੀ ਡਾਇਰੈਕਸ਼ਨ 'ਚ ਗਿਆ, ਪਹਿਲਾਂ ਚੱਲ ਰਿਹਾ ਨਾਰਥ। ਇਹ ਤੇ ਗਿਣਤੀ ਮਿਣਤੀ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਤਾਂ ਇਕੱਲਾ ਫੇਸ ਪੁੱਛਿਆ ਆਪਾਂ ਨੂੰ। ਤੁਸੀਂ ਉਹਨੂੰ ਉੱਪਰ ਲਿਖ ਲਓ ਕਿਹੜੀ ਡਾਇਰੈਕਸ਼ਨ 'ਚ ਜਾ ਰਿਹਾ, ਨਾਰਥ ਦੇ ਵਿੱਚ ਜਾ ਰਿਹਾ। ਫਿਰ ਉਹਨੇ ਕੀ ਕੀਤਾ, ਕਿਹੜੀ ਟਰਨ ਲਈ ਆ ਉਹਨੇ, ਪਹਿਲਾਂ ਉਹ ਰਾਈਟ ਮੁੜਿਆ, ਫਿਰ ਰਾਈਟ ਮੁੜਿਆ, ਫਿਰ ਉਹ ਕਿੱਧਰ ਮੁੜਿਆ, ਲੈਫਟ ਮੁੜਿਆ। ਤਾਂ ਉਹਨਾਂ ਨੇ ਹੁਣ ਪੁੱਛਿਆ ਵੀ ਹੁਣ ਦੱਸੋ ਉਹ ਕਿਹੜੀ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ। ਤਾਂ ਦੇਖੋ ਪਹਿਲਾਂ ਨਾਰਥ ਆ ਤਾਂ ਆਹ ਰਾਈਟ ਆ, ਆਹ ਲੈਫਟ ਆ, ਇਹਦੇ ਨਾਲ ਤੇ ਕੈਂਸਲ ਹੋ ਜਾਣਾ, ਠੀਕ ਆ। ਤਾਂ ਬਚਿਆ ਕਿੰਨਾ ਆਪਣੇ ਕੋਲੇ ਰਾਈਟ। ਤਾਂ ਨਾਰਥ ਦਾ ਰਾਈਟ ਕੀ ਹੁੰਦਾ, ਜਾਣੀ ਕਿ ਨਾਰਥ ਇੱਥੇ ਆ ਤਾਂ ਇਹਦਾ ਰਾਈਟ 90 ਡਿਗਰੀ ਇੱਥੇ ਕੀ ਹੁੰਦਾ ਸਿੱਧਾ ਈਸਟ। ਤਾਂ ਤੁਸੀਂ ਆਨਸਰ ਲਿਖ ਦੇਣਾ ਈਸਟ, ਸਿੰਪਲ। ਜਿੰਨੇ ਆਰ ਹੋਣਗੇ ਜੇ ਇੱਥੇ ਇੱਕ ਐਲ ਹੋਰ ਹੁੰਦਾ ਤਾਂ ਕੱਟਿਆ ਜਾਂਦਾ ਤਾਂ ਉਹਦੀ ਨਾਰਥ ਡਾਇਰੈਕਸ਼ਨ ਐਜ਼ ਇਟ ਰਹਿ ਜਾਂਦੀ। ਕਲੀਅਰ ਆ। ਚਲੋ ਇੱਕ ਐਗਜ਼ਾਮਪਲ ਇਹਦੀ ਆਪਾਂ ਹੋਰ ਕਰ ਲੈਂਦੇ ਆ, ਫਿਰ ਤੁਹਾਨੂੰ ਕਲੀਅਰ ਹੋਊਗਾ। ਤੁਸੀਂ ਕਾਪੀ ਪੈਨ ਰੱਖੋ ਤੇ ਨਾਲ ਦੀ ਨਾਲ ਆਪ ਵੀ ਟਰਾਈ ਕਰਕੇ ਦੇਖੋ ਤਾਂ ਤੁਹਾਨੂੰ ਸਮਝ ਲੱਗੂਗਾ। ਚਲੋ ਕੋਈ ਗਿਆ ਕਿਸੇ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ ਸਾਊਥ ਦੇ ਵਿੱਚ, ਠੀਕ ਆ। ਤਾਂ ਉਹਨੇ ਪਹਿਲਾਂ ਲੈਫਟ ਲਿਆ, ਫਿਰ ਉਹਨੇ ਰਾਈਟ ਲਿਆ, ਫਿਰ ਉਹਨੇ ਲੈਫਟ ਲਿਆ, ਫਿਰ ਲੈਫਟ ਲਿਆ। ਤਾਂ ਹੁਣ ਦੱਸੋ ਉਹ ਕਿਹੜੀ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ। ਤਾਂ ਦੇਖੋ ਲੈਫਟ ਦੇ ਨਾਲ ਤਾਂ ਰਾਈਟ ਕੈਂਸਲ ਹੋ ਗਿਆ, ਹੁਣ ਕਿੰਨੇ ਲੈਫਟ ਬਚੇ ਨੇ, 2 ਲੈਫਟ ਬਚ ਗਏ। ਤਾਂ ਹੁਣ ਇੱਕ ਲੈਫਟ ਦਾ ਮਤਲਬ ਕਿੰਨਾ ਹੁੰਦਾ 90 ਡਿਗਰੀ, ਕਿੱਧਰ ਨੂੰ ਪਰ ਜਾਣਾ ਇੱਧਰ ਨੂੰ, ਠੀਕ ਆ। ਫਿਰ ਇੱਕ 90 ਡਿਗਰੀ ਹੋਰ ਆ ਤਾਂ ਦੋਨੋਂ 90 ਡਿਗਰੀ ਕਿੰਨੇ ਹੋ ਗਏ ਜੋੜ ਕੇ 180 ਹੋ ਗਏ। ਤਾਂ 180 ਹਮੇਸ਼ਾ ਹੀ ਉਹਦਾ ਓਪੋਜਿਟ ਹੁੰਦਾ। ਜਿਵੇਂ ਕਿ ਹੁਣ ਮੰਨ ਲਓ ਕੋਈ ਵਿਅਕਤੀ ਇੱਥੇ ਖੜਾ, ਉਹ ਸਾਊਥ 'ਚ ਗਿਆ, ਪਹਿਲਾਂ ਇੱਕ ਡਾਇਗਰਾਮ ਦੇ ਅਕੋਰਡਿੰਗ ਦੇਖੋ, ਇੱਧਰ ਨੂੰ ਗਿਆ ਸਾਊਥ 'ਚ ਗਿਆ, ਫਿਰ ਉਹਨੇ ਲੈਫਟ ਟਰਨ ਲਈ ਮਤਲਬ ਇੱਧਰ ਨੂੰ ਗਿਆ, ਫਿਰ ਉਹਨੇ ਰਾਈਟ ਟਰਨ ਲਈ ਇੱਧਰ ਨੂੰ ਗਿਆ, ਫਿਰ ਉਹਨੇ ਲੈਫਟ ਟਰਨ ਲਈ ਫਿਰ ਇੱਧਰ ਨੂੰ ਗਿਆ, ਫਿਰ ਉਹਨੇ ਲੈਫਟ ਟਰਨ ਲਈ ਫਿਰ ਇੱਧਰ ਨੂੰ ਗਿਆ, ਠੀਕ ਆ। ਤਾਂ ਹੁਣ ਦੇਖੋ ਉਹ ਕਿੱਧਰ ਨੂੰ ਫੇਸ ਕਰੀ ਖੜਾ। ਤਾਂ ਹੁਣ ਜੇ ਸਾਊਥ ਨੀਚੇ ਨੂੰ ਸੀ ਜਿੱਧਰ ਨੂੰ ਇਹ ਚੱਲਿਆ ਤਾਂ ਇੱਧਰ ਕਿਹੜੀ ਡਾਇਰੈਕਸ਼ਨ ਆਊਗੀ, ਨਾਰਥ। ਤਾਂ ਹੁਣ ਦੇਖੋ ਆਪਣੇ ਕੋਲੇ ਸਾਊਥ ਆ, ਲੈਫਟ ਨਾਲ ਰਾਈਟ ਕੈਂਸਲ ਹੋ ਗਿਆ। ਤਾਂ ਹੁਣ ਆਪਣੇ ਕੋਲੇ 2 ਲੈਫਟ ਬਚ ਗਏ, ਜਾਣੀ ਕਿ 180 ਬਚ ਗਿਆ। ਜਦੋਂ ਵੀ ਤੁਹਾਨੂੰ ਕਿਸੇ ਵੀ ਸਟੇਟਮੈਂਟ ਦੇ ਵਿੱਚ 180 ਦਾ ਆ ਜੇ ਤਾਂ ਜਿਹੜੀ ਡਾਇਰੈਕਸ਼ਨ ਹੁੰਦੀ ਆ ਜੇ ਨਾਰਥ ਆ ਤਾਂ ਉਹਦਾ ਬਿਲਕੁਲ ਉਲਟ ਕੀ ਹੁੰਦਾ ਆਪਣੇ ਕੋਲੇ ਸਾਊਥ, ਤਾਂ ਸਾਊਥ ਲਿਖ ਦਿਓ। ਜੇ ਸਾਊਥ ਦਾ 180 ਆ ਤਾਂ ਨਾਰਥ ਲਿਖ ਦਿਓ, ਈਸਟ ਦਾ 180 ਆ ਤਾਂ ਵੈਸਟ ਲਿਖ ਦਿਓ, ਵੈਸਟ ਦਾ ਤਾਂ ਈਸਟ ਲਿਖ ਦਿਓ। ਕਲੀਅਰ ਆ। ਜੇ ਕੋਈ ਆ ਵਿਚਕਾਰਲੀ ਡਾਇਰੈਕਸ਼ਨ ਦਾ ਆ ਜਾਏ, ਜਿਵੇਂ ਕਿ ਇੱਥੋਂ ਆ ਜਾਏ, ਮਤਲਬ ਆ ਆਪਣੀ ਕਿਹੜੀ ਆ ਨਾਰਥ ਈਸਟ ਆ ਤੇ ਆ ਆਪਣਾ ਕੀ ਆ ਉਰੇ ਸਾਊਥ ਆ, ਵੈਸਟ ਆ, ਤਾਂ ਇਹਦਾ ਕਿੰਨਾ ਆਊਗਾ 180 ਸਾਊਥ ਵੈਸਟ ਆ ਜਾਊਗਾ। ਆਹ ਵਾਲੀ ਡਾਇਰੈਕਸ਼ਨ ਇਹਨਾਂ ਨੂੰ ਹੋ ਜਾਊਗੀ। ਕਲੀਅਰ ਆ। ਤਾਂ ਹੁਣ ਆ ਤਾਂ ਹੁੰਦਾ ਜਮਾਂ ਵੀ ਜੇ ਤੁਹਾਨੂੰ ਪੁੱਛ ਲੈਣ ਵੀ ਕਿਹੜੀ ਡਾਇਰੈਕਸ਼ਨ ਦੇ ਵਿੱਚ ਉਹਨੇ ਫੇਸ ਕੀਤਾ, ਆ ਤਾਂ ਤੁਸੀਂ ਸਿੰਪਲ ਐਵੇਂ ਹੀ ਕਰਨਾ, ਬਸ ਉੱਪਰ ਲਿਖ ਦੇਣਾ ਵੀ ਕਿਹੜੀ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ, ਫਿਰ ਉਹਨੇ ਕਿਹੜੇ ਟਰਨ ਲਏ, ਰਾਈਟ ਮੁੜਿਆ, ਲੈਫਟ ਮੁੜਿਆ, ਸਾਰੇ ਲਿਖ ਲਓ। ਤਾਂ ਲਾਸਟ ਤੇ ਜਾ ਕੇ ਜਦੋਂ ਉਹਨੇ ਤੁਹਾਨੂੰ ਪੁੱਛਣਾ ਤਾਂ ਜਿਹੜੇ ਕੱਟਦੇ ਨੇ ਆਰ ਦੇ ਨਾਲ, ਜਿੰਨੀਆਂ ਆਰ ਐਲ ਕੱਟਦੀਆਂ ਨੇ ਉਹਨਾਂ ਨੂੰ ਤੁਸੀਂ ਕੈਂਸਲ ਕਰ ਦਿਓ, ਔਰ ਜਿਹੜਾ ਕੁਝ ਬਚੂਗਾ ਉਹਦੇ ਅਕੋਰਡਿੰਗਲੀ ਬਸ ਆਪਦੇ ਮਨ ਦੇ ਵਿੱਚ ਹੀ ਕਰਕੇ ਤੁਸੀਂ ਦੱਸ ਦੇਣਾ। ਆ ਤਾਂ ਹੁੰਦੇ ਆ ਜਮਾਂ ਸਿੰਪਲ ਸਵਾਲ, ਪਰ ਇਹਨਾਂ ਦੇ ਨਾਲ ਦੇ ਘੱਟ ਹੀ ਪੁੱਛੇ ਜਾਂਦੇ ਆ। ਇਹ ਤਾਂ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਚਲੋ ਫਿਰ ਆਪਾਂ ਹੋਰ ਕਰਕੇ ਦੇਖਦੇ ਹਾਂ। ਅ ਮੈਨ ਇਜ਼ ਫੇਸਿੰਗ ਸਾਊਥ, ਪਹਿਲਾਂ ਇਹਨੂੰ ਆਪਾਂ ਦੇਖਦੇ ਹਾਂ ਕਿੱਧਰ ਨੂੰ ਫੇਸ ਕਰੀ ਖੜਾ ਉਹ, ਸਾਊਥ ਡਾਇਰੈਕਸ਼ਨ ਦੇ ਵਿੱਚ ਫੇਸ ਆ। ਤਾਂ ਟਰਨ ਕੀਤਾ ਉਹਨੇ 135 ਡਿਗਰੀ ਇਨ ਦਾ ਐਂਟੀ ਕਲੌਕਵਾਈਜ਼ ਡਾਇਰੈਕਸ਼ਨ। ਤੁਸੀਂ ਇਹ ਧਿਆਨ ਰੱਖਣਾ
ਜਿਵੇਂ ਆਹ ਦੇਖੋ ਆਹ ਆਪਣੇ ਕੋਲੇ ਕਲੌਕ ਆ, ਜੇ ਤਾਂ ਕਲੌਕਵਾਈਜ਼ ਘੁੰਮੂਗਾ ਤਾਂ ਕਲੌਕ ਦੀਆਂ ਸੂਈਆਂ ਤਾਂ ਐਸ ਲੋਟ ਚੱਲਦੀਆਂ ਨੇ, ਪਰ ਜੇ ਉਹ ਕਹਿੰਦਾ ਵੀ ਐਂਟੀ ਕਲੌਕਵਾਈਜ਼ ਚੱਲਦਾ ਤਾਂ ਆਪਾਂ ਇਹਨੂੰ ਐਸ ਲੋਟ ਚਲਾਉਣਾ, ਉਲਟੇ ਪਾਸੇ ਨੂੰ। ਠੀਕ ਆ, ਤਾਂ ਹੁਣ ਉਹ ਬੰਦਾ ਕੋਈ ਉਹ ਇੱਥੇ ਖੜਾ ਤਾਂ ਉਹ ਸਾਊਥ ਵੱਲ ਫੇਸ ਆ ਉਹਦਾ, ਮਤਲਬ ਨੀਚੇ ਨੂੰ ਫੇਸ ਆ, ਤੇ ਟਰਨ ਕਿੰਨਾ ਕੀਤਾ ਉਹਨੇ 135 ਡਿਗਰੀ। ਹੁਣ ਆ ਇੱਥੇ ਖੜਾ ਨੀਚੇ ਨੂੰ, ਹੁਣ ਉਹ ਟਰਨ ਕਰੂਗਾ ਐਂਟੀ ਕਲੌਕਵਾਈਜ਼, ਜਾਣੀ ਕਿ ਪੁੱਠੇ ਪਾਸੇ ਨੂੰ ਘੁੰਮਣਾ ਉਹਨੇ। ਇੱਥੋਂ ਲੈ ਕੇ ਆਹ ਵਾਲਾ ਮੈਂ ਤੁਹਾਨੂੰ ਦੱਸਿਆ ਵੀ ਕਿੰਨਾ ਹੁੰਦਾ 90 ਡਿਗਰੀ, ਜੇ ਤਾਂ 90 ਡਿਗਰੀ ਘੁੰਮਦਾ ਤਾਂ ਉਹ ਇੱਥੇ ਆ ਜਾਂਦਾ, ਪਰ ਹੁਣ ਉਹਨੇ ਹੋਰ ਵੀ ਘੁੰਮਣਾ ਤਾਂ ਨਾਲ ਕਿੰਨਾ ਘੁੰਮੂਗਾ 45 ਡਿਗਰੀ ਹੋਰ ਘੁੰਮੂ, ਤਾਂ ਆ ਜੇ ਪੂਰਾ 90 ਆ ਤਾਂ 45 ਇੱਥੇ ਆ ਜਾਣਾ ਆਪਣੇ ਕੋਲੇ। ਠੀਕ ਆ, ਤਾਂ ਇੱਥੋਂ ਘੁੰਮ ਕੇ ਪਹਿਲੀ ਵਾਰੀ ਉਹ ਆਹ ਡਾਇਰੈਕਸ਼ਨ ਦੇ ਵਿੱਚ ਆਊਗਾ, ਆਹ ਸਾਊਥ ਆ ਤੇ ਆ ਆਪਣੀ ਈਸਟ ਆ, ਆ ਆਪਣੀ ਨਾਰਥ ਈਸਟ ਆ, ਤਾਂ ਪਹਿਲੀ ਵਾਰੀ ਵਾਲੇ ਨਾਲ ਪੁਆਇੰਟ ਨਾਲ ਘੁੰਮ ਕੇ ਉਹ ਸਿੱਧਾ ਕਿੱਥੇ ਆ ਗਿਆ, ਨਾਰਥ ਈਸਟ ਤੇ ਆ ਗਿਆ। ਤੇ ਇਸ ਤੋਂ ਬਾਅਦ ਉਹ 180, ਹੁਣ ਤੁਹਾਨੂੰ ਮੈਂ ਕਿਹਾ ਸੀ ਵੀ ਜਿੱਥੇ ਵੀ 180 ਆ ਜਾਏ ਬਸ ਉਹ ਜਿਹੜੀ ਡਾਇਰੈਕਸ਼ਨ ਦੇ ਵਿੱਚ ਹੋਊਗਾ ਉਹਦਾ ਤੁਸੀਂ ਬਿਲਕੁਲ ਓਪੋਜਿਟ ਕਰ ਦੇਣਾ। ਤਾਂ ਹੁਣ ਆ ਨਾਰਥ ਈਸਟ ਆ, ਨਾਰਥ ਈਸਟ ਦੇ ਬਿਲਕੁਲ ਓਪੋਜਿਟ ਇਧਰਲੇ ਪਾਸੇ ਆਪਣੇ ਕੋਲ ਕੀ ਆਉਣਾ, ਤਾਂ ਇੱਥੇ ਆ ਜਾਣਾ ਆਪਣੇ ਕੋਲੇ ਆ, ਮਤਲਬ ਹੈਗੀ ਆ ਵੈਸਟ, ਤਾਂ ਸਾਊਥ ਤੇ ਬੈਸਟ ਆਨਸਰ ਇਹਦਾ ਆਪਣੇ ਕੋਲੇ ਆ ਜਾਣਾ। ਠੀਕ ਆ, ਹੇਅਰ ਡੀ ਆਨਸਰ। ਕਲੀਅਰ ਆ, ਤਾਂ ਇਹਦੇ 'ਚ ਮਤਲਬ ਤੁਸੀਂ ਦੇਖਣਾ ਕਲੌਕਵਾਈਜ਼ ਐਂਟੀ ਕਲੌਕਵਾਈਜ਼, ਜਦੋਂ ਤੁਸੀਂ ਖੁਦ ਇਹਨੂੰ ਆਪਦੇ ਆਪ ਤੋਂ ਕਰੋਗੇ ਤਾਂ ਤੁਹਾਨੂੰ ਇਹ ਓਰਲੀ ਯਾਦ ਹੋ ਜਾਣੇ ਆ, ਤਾਂ ਕਾਪੀ ਪੈਨ ਦੀ ਜ਼ਰੂਰਤ ਨਹੀਂ ਪਿਆ ਕਰਨੀ। ਨੋਟ ਕਰ ਲਿਆ ਹੋਣਾ। ਚਲੋ ਆਪਾਂ ਅਗਲਾ ਕੁਐਸਚਨ ਕਰਦੇ ਹਾਂ। ਅ ਮੈਨ ਇਜ਼ ਫੇਸਿੰਗ ਨਾਰਥ ਵੈਸਟ, ਹੀ ਟਰਨ 90 ਡਿਗਰੀ ਇਨ ਦ ਕਲੌਕਵਾਈਜ਼ ਡਾਇਰੈਕਸ਼ਨ ਐਂਡ ਦੈਨ 135 ਡਿਗਰੀ ਇਨ ਦ ਐਂਟੀ ਕਲੌਕਵਾਈਜ਼ ਡਾਇਰੈਕਸ਼ਨ, ਵਿਚ ਡਾਇਰੈਕਸ਼ਨ ਇਜ਼ ਹੀ ਫੇਸਿੰਗ ਨਾਓ। ਮਤਲਬ ਹੁਣ ਉਹਦਾ ਫੇਸ ਕਿੱਧਰ ਨੂੰ ਆ, ਦੇਖੋ ਪਹਿਲਾਂ ਆਪਾਂ ਦੇਖਦੇ ਹਾਂ ਇਹਨੂੰ ਕਿੱਧਰ ਨੂੰ ਉਹਨੇ ਫੇਸ ਕੀਤਾ। ਆਪਾਂ ਡਾਇਰੈਕਸ਼ਨ ਤੁਸੀਂ ਬਣਾਉਣੀ ਆ ਪਹਿਲਾਂ, ਜਿਹੜੇ ਹੁਣ ਮਤਲਬ ਕਿ ਬਿਗਨਰ ਨੇ ਬਿਲਕੁਲ ਹੀ, ਆਪਣੇ ਕੋਲ ਕੀ ਆ ਈਸਟ, ਵੈਸਟ, ਨਾਰਥ ਔਰ ਸਾਊਥ, ਇਹਨਾਂ ਦਾ ਆਪਾਂ ਪਹਿਲਾਂ ਫੇਸ ਕਿੱਧਰ ਨੂੰ ਕਰਾਉਣਾ, ਨਾਰਥ ਵੈਸਟ ਵੱਲ। ਆ ਜਾਣੀ ਕਿ ਨਾਰਥ ਆ ਤਾਂ ਨਾਰਥ ਵੈਸਟ ਇੱਥੇ ਮੂੰਹ ਇਹਨਾਂ ਦਾ, ਏ ਪੁਆਇੰਟ ਲਿਖਤਾ ਉਹਨੂੰ ਆਪਾਂ, ਤਾਂ ਇੱਧਰ ਨੂੰ ਫੇਸ ਆ ਉਹਨਾਂ ਦਾ। ਹੀ ਟਰਨ 90 ਡਿਗਰੀ ਕਲੌਕਵਾਈਜ਼, ਹੁਣ ਕਲੌਕਵਾਈਜ਼ 90 ਡਿਗਰੀ ਹੈ ਤਾਂ ਰਾਈਟ ਸਾਈਡ, ਮਤਲਬ ਕਿ 90 ਡਿਗਰੀ ਬਰਾਬਰ ਕਿੰਨਾ ਹੁੰਦਾ ਰਾਈਟ ਸਾਈਡ ਨੂੰ। ਮਤਲਬ ਇੱਕ ਵਾਰੀ ਤੁਸੀਂ ਐਵੇਂ ਪ੍ਰੋਪਰ ਜੇ ਇੱਥੇ ਖੜਾ ਗਾ ਤਾਂ ਇੱਧਰ ਫੇਸ ਕਰਾ ਦੇਣਾ ਉਹਦਾ। ਜੇ ਏ ਪੁਆਇੰਟ ਤੇ ਆ ਤਾਂ ਬੀ ਤੇ ਮੋੜ ਦਿਓ, ਜੇ ਬੀ ਤੇ ਆ ਤਾਂ ਸੀ ਤੇ ਮੋੜ ਦਿਓ, ਸੀ ਤੋਂ ਡੀ ਤੇ ਮੋੜ ਦਿਓ, ਜੇ ਇੱਥੇ ਈ ਤੇ ਆ ਤਾਂ ਈ ਤੋਂ ਸਿੱਧਾ ਕਿੱਥੇ ਆਊਗਾ, ਉਹ ਇੱਥੇ ਆਊਗਾ ਐਫ ਤੇ। ਤਾਂ ਹੁਣ ਇਹ ਏ ਪੁਆਇੰਟ ਤੇ ਖੜਾ ਤਾਂ ਇਹ ਇੱਥੇ ਆ ਜਾਣਾ ਆਪਣੇ ਕੋਲੇ। ਠੀਕ ਆ, ਤਾਂ ਇੱਥੇ ਮੈਂ ਲਿਖ ਦਿੰਦਾ ਪਹਿਲਾ ਟਰਨ ਇਹਨੇ ਇੱਥੇ ਲੈ ਲਿਆ, ਤਾਂ 90 ਡਿਗਰੀ ਕਲੌਕਵਾਈਜ਼ ਦੇ ਅਕੋਰਡਿੰਗ ਇਹ ਇੱਥੇ ਆ ਗਿਆ। ਦੈਨ 135 ਡਿਗਰੀ ਇਨ ਐਂਟੀ ਕਲੌਕਵਾਈਜ਼, ਹੁਣ ਦੇਖੋ ਐਂਟੀ ਕਲੌਕਵਾਈਜ਼ ਕਿੱਧਰ ਨੂੰ ਜਾਊਗਾ ਇਹ, ਮਤਲਬ ਇੱਥੋਂ ਇਹਦਾ ਪੁੱਠਾ ਮੁੜੂਗਾ। ਆਹ ਕਿੰਨਾ ਗਾ 45, ਫਿਰ ਆਹ ਕਿੰਨਾ ਗਾ 45, ਫਿਰ ਆਹ ਕਿੰਨਾ ਗਾ 45, 45 45 ਤਿੰਨ ਵਾਰੀ 90 ਤੇ 45, ਇੱਥੇ ਦੇਖ ਵੀ ਲਓ ਤੁਸੀਂ 90 ਪਲੱਸ 45, 5 9 ਤੇ 4 13, 135 ਡਿਗਰੀ ਬਣ ਗਿਆ ਆਪਣੇ ਕੋਲ। ਤਾਂ ਇਹ ਆਹ ਡਾਇਰੈਕਸ਼ਨ ਦੇ ਵਿੱਚ ਆ ਗਿਆ। ਠੀਕ ਆ, ਦੈਨ ਐਂਟੀ ਕਲੌਕਵਾਈਜ਼ ਡਾਇਰੈਕਸ਼ਨ, ਵਿਚ ਡਾਇਰੈਕਸ਼ਨ ਹੀ ਇਜ਼ ਫੇਸਿੰਗ, ਹੁਣ ਉਹਦਾ ਜਿਹੜਾ ਫੇਸ ਆ ਉਹ ਕਿਹੜੀ ਡਾਇਰੈਕਸ਼ਨ ਦੇ ਵਿੱਚ ਆ, ਤਾਂ ਆਪਾਂ ਕਹਾਂਗੇ ਵੈਸਟ ਵੱਲ ਆ। ਕਲੀਅਰ ਆ, ਨਹੀਂ ਤੁਸੀਂ ਇਹਨੂੰ ਐਵੇਂ ਵੀ ਕਰ ਸਕਦੇ ਹੋ। ਇੱਕ ਇਹਦਾ ਕਰਨ ਦਾ ਮੈਥਡ ਹੋਰ ਹੁੰਦਾ, ਜਿਵੇਂ ਉਹ ਪਹਿਲਾਂ ਹੁਣ ਕਿੱਧਰ ਨੂੰ ਕਰੀ, ਮਤਲਬ ਹੁਣ ਫੇਸ ਕਿੱਧਰ ਆ ਉਹਦਾ, ਤੁਸੀਂ ਉੱਤੇ ਲਿਖੋ ਉਵੇਂ ਪਹਿਲਾਂ ਵਾਲੇ ਤਰੀਕੇ ਨਾਲ। ਆ ਇੱਥੇ ਨਾਰਥ ਵੈਸਟ ਦੇ ਵੱਲ ਉਹਦਾ ਫੇਸ ਆ ਨਾ ਐਟ ਅ ਟਾਈਮ, ਤਾਂ ਉਹਨੇ ਪਹਿਲਾਂ ਕਿੰਨਾ ਕੀਤਾ 90 ਡਿਗਰੀ, ਇਹ ਕਿਹੜਾ ਗਾ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਆ ਨਾ, ਤਾਂ ਇਹਨੂੰ ਲਿਖ ਲਓ ਤੁਸੀਂ ਕਲੌਕਵਾਈਜ਼। ਫਿਰ ਉਹਨੇ ਕੀ ਕੀਤਾ 135 ਡਿਗਰੀ, ਇਹ ਕੀ ਆ, ਇਹ ਆਪਣੇ ਕੋਲ ਐਂਟੀ ਕਲੌਕਵਾਈਜ਼ ਆ। ਕਲੀਅਰ ਆ, ਹੁਣ ਜਿਹੜੇ ਕਲੌਕਵਾਈਜ਼ ਨੇ ਉਹਨਾਂ ਨੂੰ ਅਲੱਗ ਜੋੜ ਲਓ, ਐਂਟੀ ਕਲੌਕਵਾਈਜ਼ ਨੇ ਅਲੱਗ ਜੋੜ ਲਓ, ਜੇ ਮਤਲਬ ਜ਼ਿਆਦਾ ਡਾਇਰੈਕਸ਼ਨ ਹੋਣ। ਤਾਂ ਹੁਣ ਆਪਣੇ ਕੋਲੇ ਤਾਂ ਦੋ ਹੀ ਨੇ, ਤਾਂ ਆਹ ਕਲੌਕਵਾਈਜ਼ ਇੰਨੇ ਨੇ, ਆ ਇੰਨੇ ਨੇ, ਤਾਂ ਇਹਨਾਂ ਦਾ ਅੰਤਰ ਕੱਢ ਲਓ ਦੋਨਾਂ ਦਾ। ਇਹਨਾਂ ਦਾ ਅੰਤਰ ਕੱਢਿਆ ਆਪਣੇ ਕੋਲੇ ਆ ਗਿਆ 45 ਡਿਗਰੀ। ਹੁਣ ਕਿਹੜੇ ਦੇ ਵਿੱਚੋਂ ਘਟ ਰਹੇ ਆ ਇਹ, ਐਂਟੀ ਕਲੌਕਵਾਈਜ਼ ਚੋਂ ਘਟ ਰਹੇ ਆ, ਤਾਂ ਇਹਦੇ ਨਾਲ ਵੀ ਆਊਗਾ ਆਪਣੇ ਕੋਲੇ ਐਂਟੀ ਕਲੌਕਵਾਈਜ਼। ਐਂਟੀ ਕਲੌਕਵਾਈਜ਼ ਕਿਹੜੀ ਡਾਇਰੈਕਸ਼ਨ ਹੁੰਦੀ ਹੈ ਸਾਡੇ ਕੋਲੇ, ਲੈਫਟ ਸਾਈਡ ਵਾਲੀ। ਠੀਕ ਆ, ਤਾਂ ਐਂਟੀ ਵਾਲੀ ਦਾ ਲੈਫਟ ਨੂੰ ਮੁੜੂਗਾ। ਤਾਂ ਹੁਣ 45 ਡਿਗਰੀ ਆ, ਏ ਤੇ ਖੜਾ ਸੀ ਤਾਂ ਵੀ ਇਹ ਇੱਥੋਂ ਕੋ ਮਤਲਬ ਕਿ ਆਹ ਵਾਲੀ ਡਾਇਰੈਕਸ਼ਨ ਤੇ ਨਵੀਂ ਤੇ ਸਮਝੋ, ਇੱਥੇ ਇਹ ਫੇਸ ਕਰੀ ਖੜਾ ਏ ਤੇ, ਤਾਂ 45 ਡਿਗਰੀ ਇਹਨੇ ਵੈਸੇ ਵੀ ਇੱਥੇ ਬੈਸਟ ਤੇ ਆ ਜਾਣਾ ਸੀ, ਤਾਂ ਇਹਦਾ ਆਨਸਰ ਆਉਣਾ ਸੀ ਆਪਣੇ ਕੋਲੇ ਬੈਸਟ। ਆ ਦੋ ਤਰੀਕੇ ਨੇ, ਜਿਹਨੂੰ ਤਾਂ ਆਹ ਤਰੀਕਾ ਆ ਜੇ ਵੀ ਸਿੰਪਲ ਕਲੌਕਵਾਈਜ਼ ਅਲੱਗ ਜੋੜੋ, ਐਂਟੀ ਕਲੌਕਵਾਈਜ਼ ਅਲੱਗ ਜੋੜੋ, ਦੋਨਾਂ ਦੇ ਵਿੱਚ ਅੰਤਰ ਕੱਢ ਦਿਓ, ਤਾਂ ਜਿਹੜੇ ਦੇ ਵਿੱਚ ਵੱਡਾ ਹੋਊਗਾ ਉਹਦੇ ਵਾਲੇ ਅਕੋਰਡਿੰਗਲੀ ਜਿੰਨੇ ਬਚ ਗਏ ਉਧਰ ਨੂੰ ਉਹਨੂੰ ਮੂਵ ਕਰਾ ਕੇ ਬਸ ਫਾਈਨਲੀ ਆਨਸਰ ਲਿਖ ਦਿਓ। ਨਹੀਂ ਜਿਹੜੇ ਡਾਇਗਰਾਮ ਦੇ ਅਕੋਰਡਿੰਗ ਕਰਨਾ ਚਾਹੁੰਦੇ ਆ ਉਹਨਾਂ ਲਈ ਡਾਇਗਰਾਮ ਵਾਲਾ ਮੈਥਡ ਹੈ ਹੀ ਹੈ ਉਸ ਤੰਤਰ ਨੇ ਕਰਨ ਦੇ ਲਈ। ਠੀਕ ਆ, ਚਲੋ ਅਗਲਾ ਸਵਾਲ ਦੇਖੋ। ਲਕਸ਼ਮਣ ਬੈਂਟ 15 ਕਿਲੋਮੀਟਰ ਟੂ ਦਾ ਬੈਸਟ ਫਰੋਮ ਮਾਈ ਹਾਊਸ, then turn left and walk 20 kilometer. He then turn east and walk 25 kilometer and finally turn left cover 20 kilometer. How far
ਵਾਜ਼ ਹੀ ਫਰੋਮ ਮਾਈ ਹਾਊਸ। ਦੇਖੋ ਹੁਣ ਕਿੰਨਾ ਗਿਆ, ਲਕਸ਼ਮਣ ਵੈਂਟ 15 ਕਿਲੋਮੀਟਰ ਟੂ ਦਾ ਬੈਸਟ ਫਰੋਮ ਮਾਈ ਹਾਊਸ। ਤਾਂ ਇਹਦਾ ਮਤਲਬ ਇੱਥੇ ਕਿਤੇ ਹਾਊਸ ਆ, ਤਾਂ ਇਹਦੇ ਬੈਸਟ ਸਾਈਡ ਕਿਹੜੀ ਬਣਦੀ ਆ, ਆਹ ਸਾਈਡ ਆ। ਆਪਾਂ ਹਮੇਸ਼ਾ ਰੈਂਡਮਲੀ ਤਾਂ ਆਪਾਂ ਨਾਰਥ ਇੱਧਰ ਹੀ ਮੰਨਣਾ, ਠੀਕ ਹੈ, ਉੱਪਰ। ਤਾਂ ਇੱਥੇ ਕਿਹੜੀ ਡਾਇਰੈਕਸ਼ਨ ਆ, ਵੈਸਟ। ਤਾਂ ਉਹ ਗਿਆ ਲਕਸ਼ਮਣ ਵੈਂਟ 15 ਕਿਲੋਮੀਟਰ ਟੂ ਦਾ ਬੈਸਟ ਫਰੋਮ ਮਾਈ ਹਾਊਸ। ਤਾਂ ਇਹਦੇ ਹਾਊਸ ਤੋਂ ਇਹ ਕਿੰਨਾ ਗਿਆ ਇੱਧਰ ਨੂੰ, 15 ਕਿਲੋਮੀਟਰ। ਦੈਨ ਟਰਨਡ ਲੈਫਟ, ਤਾਂ ਹੁਣ ਇੱਧਰ ਨੂੰ ਆ, ਤਾਂ ਇਹਦਾ ਲੈਫਟ ਟਰਨ ਨੀਚੇ ਨੂੰ ਹੋਊਗਾ। ਇੱਧਰ ਨੂੰ ਉਹਨੇ ਲੈਫਟ ਕਰ ਲਿਆ, ਤਾਂ ਕਿੰਨਾ ਚੱਲਿਆ, 20 ਕਿਲੋਮੀਟਰ। ਹੀ ਦੈਨ ਟਰਨਡ ਈਸਟ, ਹੁਣ ਇਹਦੀ ਈਸਟ ਡਾਇਰੈਕਸ਼ਨ ਕਿੱਧਰ ਨੂੰ ਬਣੂਗੀ, ਇੱਧਰ ਨੂੰ ਬਣਦੀ ਆ ਨਾ। ਤਾਂ ਈਸਟ ਡਾਇਰੈਕਸ਼ਨ, ਤਾਂ ਤੁਰਿਆ ਉਹ 25 ਕਿਲੋਮੀਟਰ। ਤਾਂ ਫਿਰ ਉਹ ਕੀ ਕਹਿੰਦੇ ਨੇ, ਉਹਨੇ ਲੈਫਟ ਲਿਆ ਆਪਦਾ, ਫਿਰ ਉਹਨੇ ਕਵਰ ਕੀਤਾ 20 ਕਿਲੋਮੀਟਰ ਆਪਦਾ ਲੈਫਟ ਇੱਧਰ ਨੂੰ ਲੈ ਕੇ। ਫਿਰ ਇੱਥੋਂ ਕਿੰਨਾ ਆ ਗਿਆ, ਉਹ 20 ਕਿਲੋਮੀਟਰ। ਜ਼ੀਰੋ ਤੋਂ ਸਟਾਰਟ ਕੀਤਾ, ਆ ਪਹਿਲਾ ਪੁਆਇੰਟ A, ਦੂਜਾ B, C D C, ਤੇ ਇੱਥੇ ਆ ਗਿਆ ਫਾਈਨਲੀ D। ਤਾਂ ਹੁਣ ਕੀ ਕਹਿੰਦੇ ਆ ਉਹ, ਹਾਊ ਫਾਰ ਵਾਜ਼ ਹੀ ਫਰੋਮ ਮਾਈ ਹਾਊਸ, ਤਾਂ ਉਹਦੇ ਘਰ ਤੋਂ ਕਿੰਨਾ ਦੂਰ ਆ। ਆਹ ਦੇਖੋ ਇੱਥੋਂ ਲੈ ਕੇ ਜੇ ਆਪਾਂ ਦੇਖੀਏ, ਆਹ B ਡਾਇਰੈਕਸ਼ਨ ਆ, ਆ ਵੀ B ਆ, ਤਾਂ ਸੇਮ ਹੋ ਗਈ। ਤੇ ਆਹ ਟੋਟਲ ਉਹਨੇ ਕਿੰਨੀ ਕਰੀ ਆ, 25। 25 ਦੇ ਵਿੱਚੋਂ 15 ਆ ਪਈ ਆ, 25 ਤਾਂ ਆਹ ਵਾਲੀ ਕਿੰਨੀ ਰਹਿ ਗਈ ਆਪਣੇ ਕੋਲੇ, 10 ਬਚ ਗਈ। ਤਾਂ ਇਹਦਾ ਆਨਸਰ ਆਉਣਾ ਸੀ ਸਾਡੇ ਕੋਲੇ B ਆਨਸਰ, ਤੀਸਰੇ ਦਾ ਆਨਸਰ B। ਕਲੀਅਰ ਆ। ਚਲੋ ਅਗਲਾ ਕੁਐਸਚਨ, ਯੂ ਗੋ ਨਾਰਥ, ਟਰਨ ਰਾਈਟ, ਦੈਨ ਰਾਈਟ ਅਗੇਨ, ਐਂਡ ਦੈਨ ਗੋ ਟੂ ਦਾ ਲੈਫਟ, ਇਨ ਵਿਚ ਡਾਇਰੈਕਸ਼ਨ ਆਰ ਯੂ ਨੋ। ਹੁਣ ਦੇਖੋ ਉਹੀ ਡਾਇਰੈਕਸ਼ਨ ਵਾਲਾ ਕੰਮ ਆ ਗਿਆ। ਤਾਂ ਪਹਿਲਾਂ ਸਾਰਿਆਂ ਨੂੰ ਪਹਿਲਾਂ ਤੁਸੀਂ ਕੀ ਕਰਨਾ, ਉੱਤੇ ਲਿਖੋ ਨਾਰਥ ਲਿਖ ਲਿਆ, ਫਿਰ ਉਹ ਕਿੱਧਰ ਨੂੰ ਜਾਂਦਾ, ਰਾਈਟ, ਫਿਰ ਉਹ ਕੀ ਕਰਦਾ, ਫਿਰ ਰਾਈਟ, ਫਿਰ ਉਹ ਕੀ ਕਰਦਾ, ਲੈਫਟ। ਹੁਣ ਉਹਨੇ ਪੁੱਛਿਆ ਵੀ ਹੁਣ ਕਿਹੜੀ ਡਾਇਰੈਕਸ਼ਨ ਦੇ ਵਿੱਚ ਆ। ਤਾਂ ਹੁਣ ਇੱਥੇ ਕੀ ਕਰਨਾ, ਆਰ ਨਾਲ ਐਲ ਕੈਂਸਲ ਹੋ ਗਈ, ਤਾਂ ਨਾਰਥ ਦਾ ਰਾਈਟ ਕੀ ਹੁੰਦਾ, ਈਸਟ। ਤਾਂ ਨਾਰਥ ਦਾ ਰਾਈਟ ਕੀ ਹੁੰਦਾ ਆਪਣੇ ਕੋਲੇ, ਈਸਟ। ਆ ਤਾਂ ਆਪਣਾ ਸਿੰਪਲ ਆਨਸਰ ਸੀ। ਇਹਦੇ ਨਾਲ ਤਾਂ ਤੁਸੀਂ ਐਵੇਂ ਮਤਲਬ ਜਿਨ੍ਹਾਂ ਨੂੰ ਆਹ ਤਰੀਕਾ ਆਉਣ ਲੱਗ ਗਿਆ, ਉਹ ਤਾਂ ਟਾਈਮ ਸੇਵ ਬਹੁਤ ਜ਼ਿਆਦਾ ਹੋ ਜਾਣਾ, ਔਰ ਇਹ ਕਰੈਕਟ ਵੀ ਆ। ਪਰ ਜਿਨ੍ਹਾਂ ਨੂੰ ਨਹੀਂ ਆਉਂਦਾ ਉਹਨਾਂ ਦੇ ਲਈ ਕੀ, ਉਹਨਾਂ ਨੇ ਕੀ ਕਰਨਾ, ਇੱਥੇ ਉਹਨੂੰ ਤੁਸੀਂ ਖੜਾਉਣਾ। ਪਹਿਲਾਂ ਇਹਨਾਂ ਨੇ ਕੀ ਕਰਨਾ, ਉਹ ਪਹਿਲਾਂ ਇੱਧਰ ਨੂੰ ਜਾਣਗੇ, ਨਾਰਥ ਵੱਲ ਜਾਣਗੇ, ਠੀਕ ਆ। ਤਾਂ ਫਿਰ ਉਹ ਟਰਨ ਇੱਧਰ ਰਾਈਟ ਟਰਨ ਲੈਣਗੇ, ਤਾਂ ਫਿਰ ਉਹ ਰਾਈਟ ਟਰਨ ਲੈਣਗੇ, ਦੈਨ ਗੋ ਟੂ ਦਾ ਲੈਫਟ। ਹੁਣ ਉਹਦਾ ਲੈਫਟ ਆਪਣੇ ਕਿੱਧਰ ਨੂੰ ਬਣਨਾ, ਇੱਧਰਲੇ ਪਾਸੇ। ਤਾਂ ਹੁਣ ਇੱਧਰ ਕਿਹੜੀ ਡਾਇਰੈਕਸ਼ਨ ਆ ਗਈ ਆਪਣੇ ਕੋਲ, ਈਸਟ। ਆਹ ਵਾਲਾ ਮੈਥਡ ਇੱਕ A ਮੈਥਡ ਆ, ਇੱਕ ਆਪਣੇ ਕੋਲੇ B ਮੈਥਡ ਆ। ਤੁਸੀਂ B ਤੇ ਆਓ, ਜਿੰਨੀ ਜਲਦੀ ਹੋ ਸਕਦਾ ਪ੍ਰੈਕਟਿਸ ਦੇ ਵਿੱਚ ਉਤਾਰੋ ਇਹਨੂੰ। ਹੁਣ ਦੇਖੋ ਆਹ ਕੁਐਸਚਨ ਆ ਜੋ PPSC ਨੇ ਆਲਰੇਡੀ 2018 ਦੇ ਵਿੱਚ ਪੁੱਛਿਆ ਜਾ ਚੁੱਕਿਆ। ਤਾਂ ਆਪਣੇ ਕੋਲ ਇਹੀ ਕੁਐਸਚਨ ਆ, ਅਲਕਾ ਲੈਫਟ ਹੋਮ ਐਂਡ ਵਾਕਡ 5 ਕਿਲੋਮੀਟਰ ਸਾਊਥਵਰਡ, ਟਰਨਡ ਰਾਈਟ and walk 2 kilometer and turn right and walk 5 kilometer and turn left and walked 5 kilometer। ਦੇਖੋ ਇਹਨੂੰ ਆਪਾਂ ਹੁਣ ਟਰਾਂਸਲੇਟ ਕਰਦੇ ਹਾਂ, ਮਤਲਬ ਇੱਥੋਂ ਉਹ ਤੁਰੀ ਤਾਂ ਇੱਧਰ ਨੂੰ ਗਈ ਉਹ ਸਾਊਥ ਵੱਲ ਨੂੰ, ਇੱਥੇ ਉਹ ਕਿੰਨੇ ਕਿਲੋਮੀਟਰ ਗਈ ਆ ਆਪਣੇ ਕੋਲੇ, 5 ਕਿਲੋਮੀਟਰ, ਠੀਕ ਆ। ਆਹ ਵਾਲੀ ਡਾਇਰੈਕਸ਼ਨ ਆਪਾਂ ਫਿਲ ਕਰ ਲਈ। ਤਾਂ ਹੁਣ ਦੇਖੋ ਫਿਰ ਉਹਨੇ ਕੀ ਕੀਤਾ, ਟਰਨ ਰਾਈਟ। ਤਾਂ ਹੁਣ ਇਹਦਾ ਟਰਨ ਇੱਧਰ ਨੂੰ ਹੋਊਗਾ, ਠੀਕ ਆ। ਕਿੰਨੀ ਤੁਰੀ ਇਦੋਂ ਬਾਅਦ, ਉਹ 2 ਕਿਲੋਮੀਟਰ। ਤਾਂ ਇੱਥੇ ਆ ਗਿਆ ਆਪਣੇ ਕੋਲੇ B ਪੁਆਇੰਟ ਆ ਗਿਆ। ਫਿਰ ਉਹ ਟਰਨ ਰਾਈਟ, ਫਿਰ ਉਹਨੇ ਆਪਦਾ ਟਰਨ ਲਿਆ ਇੱਧਰ ਨੂੰ, ਦੈਨ ਉਹ ਤੁਰੀ 5 ਕਿਲੋਮੀਟਰ, ਅਤੇ ਇੱਧਰ ਨੂੰ ਤੁਰੀ 5 ਕਿਲੋਮੀਟਰ, ਫਿਰ C ਪੁਆਇੰਟ 'ਤੇ ਆ ਗਈ। ਐਂਡ ਟਰਨ ਲੈਫਟ, ਇਸ ਤੋਂ ਬਾਅਦ ਉਹਨੇ ਇੱਥੋਂ ਟਰਨ ਜੇ ਲੈਫਟ ਲਊਗੀ ਤਾਂ ਇੱਧਰ ਨੂੰ ਜਾਊਗੀ, ਉਹ ਕਿੰਨੀ ਗਈ, 5 ਕਿਲੋਮੀਟਰ। ਆ ਜਾਣੀ ਕਿ D ਪੁਆਇੰਟ 'ਤੇ ਆ ਗਈ। ਹੁਣ ਉਹਨਾਂ ਨੇ ਪੁੱਛਿਆ ਹਾਊ ਮੈਨੀ ਕਿਲੋਮੀਟਰ ਵਿਲ ਸੀ ਹੈਵ ਟੂ ਵਾਕ ਟੂ ਰੀਚ ਹਰ ਹੋਮ ਸਟਰੀਟ। ਤਾਂ ਹੁਣ ਉਹ ਦੁਬਾਰੇ ਆਪਦੇ ਘਰ ਨੂੰ ਪਹੁੰਚਣ ਦੇ ਲਈ ਕਿੰਨਾ ਜਾਊਗੀ, ਤਾਂ 5 ਕਿਲੋਮੀਟਰ ਤਾਂ ਆਹੀ ਹੋ ਗਿਆ, 5 ਕਿਲੋਮੀਟਰ ਆ ਹੋ ਗਿਆ। ਤਾਂ ਟੋਟਲ ਨਾ 5 ਨਹੀਂ, 5 ਕਿਲੋਮੀਟਰ ਆ ਹੋ ਗਿਆ, ਆ ਆਪਣੇ ਕੋਲ ਕਿੰਨਾ ਨੀਚੇ 2। ਤਾਂ ਇਹਦਾ ਆਨਸਰ ਆਉਣਾ ਸੀ ਆਪਣੇ ਕੋਲੇ 7। ਕਲੀਅਰ ਆ, ਪੰਜਵੇਂ ਦਾ 7। 2018 ਦਾ ਕੁਐਸਚਨ ਆ, PPSC ਦੇ ਵਿੱਚ ਆਇਆ ਹੋਇਆ। ਆ ਵੀ ਰਜੇ PPSC 2015 ਦਾ ਪੁੱਛਿਆ ਹੋਇਆ ਕੁਐਸਚਨ ਆ। ਅ ਮੈਨ ਇਜ਼ ਫੇਸਿੰਗ ਵੈਸਟ, ਹੀ ਟਰਨ 45 degree in the clockwise direction and then another 180 in the same direction and then 270 in the anti-clockwise direction, which direction is facing now। ਹੁਣ ਦੇਖੋ ਉਹ ਫੇਸਿੰਗ ਕਿੱਧਰ ਨੂੰ ਆ, ਵੈਸਟ ਆ। ਹੀ ਟਰਨ 45 ਡਿਗਰੀ ਕਿਹੜਾ ਇਹ, ਕਲੌਕਵਾਈਜ਼ ਆ। ਐਂਡ ਦੈਨ ਅਨਦਰ 180 ਡਿਗਰੀ ਇਨ ਦਾ ਸੇਮ ਡਾਇਰੈਕਸ਼ਨ, ਇੱਥੇ ਦਾ ਸੇਮ ਡਾਇਰੈਕਸ਼ਨ ਹੀ ਆ, ਠੀਕ ਆ। ਐਂਡ ਦੈਨ 270 ਡਿਗਰੀ ਐਂਟੀ ਕਲੌਕਵਾਈਜ਼ ਆ, ਠੀਕ ਆ। ਤਾਂ ਹੁਣ ਦੇਖੋ ਜੇ ਆਪਾਂ ਦੇਖੀਏ ਵੀ ਪਹਿਲਾਂ ਜਿਹੜਾ ਵੈਸਟ ਆ, ਵੈਸਟ ਦਾ ਕਲੌਕਵਾਈਜ਼ ਕਿੰਨਾ ਹੋਊਗਾ। ਤਾਂ ਇੱਥੇ ਦੇਖੋ ਤੁਸੀਂ, ਆ ਆਪਣੇ ਕੋਲੇ ਈਸਟ ਆ, ਇੱਧਰ ਆਪਣੇ ਕੋਲੇ ਵੈਸਟ ਆ, ਨਾਰਥ ਆ ਔਰ ਸਾਊਥ ਆ।
ਤਾਂ ਹੁਣ ਉਹਦਾ ਫੇਸ ਇੱਧਰ ਨੂੰ ਆਹ ਪੁਆਇੰਟ ਤੇ ਇੱਥੇ ਇੱਧਰ ਵੱਲ ਨੂੰ ਫੇਸ ਕਰੀ ਖੜਾ ਹੋ, ਤਾਂ ਇੱਥੋਂ ਚੱਲੂਗਾ ਕਲੌਕਵਾਈਜ਼ 45 ਡਿਗਰੀ, ਤਾਂ ਮਤਲਬ ਚੱਲਣਾ ਤਾਂ ਉਹਨੇ ਇੱਧਰ ਨੂੰ ਤਾਂ 45 ਡਿਗਰੀ ਆਪਣੇ ਕੋਲੇ ਆਹ ਡਾਇਰੈਕਸ਼ਨ ਬਣੂਗੀ। ਤਾਂ ਇੱਥੇ ਆ ਗਿਆ ਸਾਡੇ ਕੋਲੇ ਉਹ, ਮਤਲਬ ਪਹਿਲਾ ਪੁਆਇੰਟ ਇੱਧਰ ਨੂੰ ਰਹੂਗਾ ਇੱਥੇ 45 ਡਿਗਰੀ ਤੇ, ਠੀਕ ਆ। ਫਿਰ ਉਹ ਸੇਮ 180 ਡਿਗਰੀ ਉਸੇ ਡਾਇਰੈਕਸ਼ਨ ਤੇ, ਤਾਂ ਉਹਦਾ 180 ਡਿਗਰੀ ਤਾਂ ਜਸਟ ਉਹਦੇ ਆਪੋਜ਼ਿਟ ਹੋ ਜਾਣਾ, ਇੱਥੇ ਆਊਗਾ ਸਿੱਧਾ। ਆ ਏ ਲਿਖ ਲਓ, ਆ ਤੁਸੀਂ ਬੀ ਲਿਖ ਲਓ। ਦੈਨ 270 ਡਿਗਰੀ ਐਂਟੀ ਕਲੌਕਵਾਈਜ਼। ਹੁਣ 270 ਆ, ਤਾਂ ਦੇਖੋ ਆਪਾਂ ਨੂੰ ਜੇ ਆਹ ਚੱਲਣਾ 45 45 45 ਐਵੇਂ ਕਿ ਨਹੀਂ ਚੱਲਣਾ ਪਊਗਾ, ਤਾਂ ਆਪਾਂ ਸਿੱਧਾ ਦੇਖੋ ਵੀ 270 ਚੋਂ ਜੇ ਇੱਥੇ ਤੱਕ ਆਉਣ ਲਈ ਇਹਨੂੰ ਕਿੰਨੇ ਲੱਗੇ ਨੇ 180, 180 ਤਾਂ ਸਿੱਧੇ ਹੀ ਘਟ ਗਏ। ਤਾਂ ਹੁਣ ਇਹਦੇ ਵਿੱਚੋਂ ਆਪਾਂ ਘਟਾ ਲੈਂਦੇ ਹਾਂ 180 ਘਟਾ ਕੇ ਦੇਖੋ ਜਿੰਨੇ ਬਚੇ ਆਪਾਂ ਉਹਦੇ ਅਕੋਰਡਿੰਗ ਚੱਲਾਂਗੇ। 0 17 ਚੋਂ 8 9 90 ਡਿਗਰੀ। ਤਾਂ ਇੱਥੇ ਤਾਂ ਇਹ ਸਿੱਧਾ 180 ਨਾਲ ਆਹ ਪੁਆਇੰਟ ਤੇ ਏ ਪੁਆਇੰਟ ਤੇ ਤਾਂ ਇਹ ਦੁਬਾਰੇ ਜਿੱਥੇ ਮੈਂ ਕਲਰ ਕਰ ਰਿਹਾ ਨਾ ਇੱਥੇ 180 ਡਿਗਰੀ ਨਾਲੇ ਵਾਪਸ ਆ ਗਿਆ, ਪਰ 90 ਡਿਗਰੀ ਹੋਰ ਜਾਣਾ। 45 ਆ ਸੀ, ਠੀਕ ਆ। 45 ਡਿਗਰੀ ਆ ਆਪਣੇ ਕੋਲੇ ਤੇ 45 ਡਿਗਰੀ ਆਪਣੇ ਕੋਲੇ ਆਗਾ, ਤਾਂ ਆਹ ਡਾਇਰੈਕਸ਼ਨ ਦੇ ਵਿੱਚ ਇੱਥੇ ਆ ਜਾਣਾ ਉਹਨੇ, ਠੀਕ ਆ। ਕਿਉਂਕਿ 45 45 90, ਤਾਂ ਇਹਦਾ ਆਨਸਰ ਆਪਣੇ ਕੋਲੇ ਆ ਜਾਣਾ ਸਾਊਥ ਵੈਸਟ, ਸਾਊਥ ਵੈਸਟ ਆਨਸਰ, ਠੀਕ ਆ। ਤਾਂ ਤੁਸੀਂ ਕਨਫਿਊਜ਼ ਨਹੀਂ ਹੋਣਾ, ਜਿੱਥੇ ਤੁਹਾਨੂੰ ਆ ਜੇ ਵੀ 180 ਤਾਂ ਜਿਹੜੀ ਡਾਇਰੈਕਸ਼ਨ ਆ ਉਹਦੇ ਬਿਲਕੁਲ ਉਲਟ ਸਾਈਡ ਜਾਣਾ। ਜਿਵੇਂ ਹੁਣ ਇੱਥੇ ਆਪਣੇ ਕੋਲੇ ਕੀ ਸੀਗਾ ਨਾਰਥ ਵੈਸਟ ਸੀ, ਤਾਂ ਨਾਰਥ ਵੈਸਟ ਦਾ ਉਹ ਕਿੱਧਰ ਜਾਊਗਾ, ਨਾਰਥ ਦਾ ਆਪਣੇ ਕੋਲੇ ਸਾਊਥ, ਵੈਸਟ ਦਾ ਆਪਣੇ ਕੋਲੇ ਈਸਟ, ਤਾਂ ਸਾਊਥ ਹੀ ਇੱਧਰ ਨੂੰ ਆ ਜਾਣਾ ਸੀ ਨਾ ਇੱਥੇ। ਕਲੀਅਰ ਆ। ਇਹ 2015 ਦੇ ਵਿੱਚ ਆਇਆ ਵਾ ਕੁਐਸਚਨ। ਇਹਦੇ 'ਚ ਇੱਕ ਹੋਰ ਕੁਐਸਚਨ ਪੁੱਛਿਆ ਗਿਆ ਸੀ 2015 ਦੇ ਵਿੱਚ ਸੇਮ, ਤਾਂ ਕੋਈ ਕਨਾਲ ਸੀ ਉਹ 10 ਕਿਲੋਮੀਟਰ ਜਾਂਦਾ ਨਾਰਥ ਵੱਲ, ਤੇ ਇਸ ਤੋਂ ਬਾਅਦ ਕੀ ਕਰਦਾ ਉਹ 6 ਕਿਲੋਮੀਟਰ ਜਾਂਦਾ ਸਾਊਥ 'ਚ, ਤੇ ਫਿਰ 3 ਕਿਲੋਮੀਟਰ ਜਾਂਦਾ ਈਸਟ 'ਚ। ਤਾਂ ਹੁਣ ਦੱਸਣਾ ਹਾਊ ਫਾਰ ਇਨ ਵਿਚ ਡਾਇਰੈਕਸ਼ਨ ਇਜ਼ ਹੀ ਵਿਦ ਰੈਫਰੈਂਸ ਟੂ ਹਿਜ ਸਟਾਰਟਿੰਗ ਪੁਆਇੰਟ। ਸਟਾਰਟਿੰਗ ਪੁਆਇੰਟ ਤੋਂ ਮਤਲਬ ਕਿਹੜੇ ਪਾਸੇ ਨੂੰ ਆ, ਕਿੰਨੇ ਕਿਲੋਮੀਟਰ ਆ, ਔਰ ਕਿਹੜੀ ਸਾਈਡ ਤੇ ਆ। ਦੇਖੋ ਇਹਦੇ 'ਚ ਆਪਾਂ ਕੀ ਕਰਨਾ ਸੀ, ਸਾਰਿਆਂ ਨੂੰ ਪਹਿਲਾਂ ਕੁਨਾਲ ਆ ਉਹ ਕਿੱਧਰ ਨੂੰ ਜਾਊਗਾ ਨਾਰਥ ਵੱਲ ਨੂੰ, ਤਾਂ ਆਹ ਆਪਾਂ ਨਾਰਥ ਵੱਲ ਚਲਾ ਦਿੰਦੇ ਇਹਨੂੰ। ਤਾਂ ਨਾਰਥ ਵੱਲ ਏ ਪੁਆਇੰਟ ਤੇ ਆ ਗਿਆ, ਇਹ ਕਿੰਨਾ ਆਇਆ ਆਪਣੇ ਕੋਲੇ 10 ਕਿਲੋਮੀਟਰ ਗਿਆ, ਤੇ ਇਸ ਤੋਂ ਬਾਅਦ ਉਹ ਕੀ ਕਰਿਆ ਉਹਨੇ 6 ਕਿਲੋਮੀਟਰ ਤੁਰਿਆ, ਪਰ ਤੁਰਿਆ ਕਿੱਧਰ ਸਾਊਥ ਵੱਲ। ਤਾਂ ਇੱਥੋਂ ਇਹਨੂੰ ਆਪਾਂ ਕੀ ਕਰਦੇ ਹਾਂ, ਇਹਨੂੰ ਆਪਾਂ ਦੁਬਾਰੇ ਤੋਰਨਾ ਪਊਗਾ ਆਪਾਂ ਨੂੰ, ਠੀਕ ਆ। ਤਾਂ ਇੱਥੋਂ ਲੈ ਕੇ ਇਹ ਦੁਬਾਰੇ ਵਾਪਸ ਆ ਗਿਆ, ਕਿਉਂਕਿ ਸਾਊਥ ਤਾਂ ਇਹਦਾ ਫਿਰ ਵਾਪਸੀ ਬਣੂਗਾ ਨਾ ਇੱਧਰ। ਤਾਂ ਇੱਧਰ ਕਿੰਨਾ ਆ ਗਿਆ ਹੈ 6 ਕਿਲੋਮੀਟਰ ਤੱਕ ਦੁਬਾਰੇ ਆ ਗਿਆ, ਇੱਥੇ ਤੱਕ ਆ ਗਿਆ, ਜਾਣੀ ਕਿ 4 ਕਿਲੋਮੀਟਰ ਬਚ ਗਿਆ ਇੱਧਰ। ਤਾਂ 6 ਕਿਲੋਮੀਟਰ ਤੇ ਦੁਬਾਰੇ ਵਾਪਸ ਆ ਗਿਆ ਸਾਊਥ 'ਚ। ਤਾਂ ਦੈਨ ਹੀ ਵਾਕ 10 ਕਿਲੋਮੀਟਰ ਟੁਵਾਰਡ ਦਾ ਈਸਟ। ਹੁਣ ਇਹਦੀ ਈਸਟ ਕਿੱਧਰ ਨੂੰ ਆ, ਇਹਦੀ ਈਸਟ ਆ ਇੱਧਰ ਨੂੰ, ਇੱਧਰ ਇਹ ਕਿੰਨਾ ਗਿਆ 3 ਕਿਲੋਮੀਟਰ। ਦੈਨ ਹਾਊ ਫਾਰ ਐਂਡ ਵਿਚ ਡਾਇਰੈਕਸ਼ਨ। ਹੁਣ ਦੇਖੋ ਆਪਾਂ ਡਾਇਰੈਕਸ਼ਨ ਫਾਈਂਡ ਕਰਨੀ ਆ ਆਹ ਵਾਲੀ ਡਾਇਰੈਕਸ਼ਨ ਤੋਂ ਲੈ ਕੇ, ਤਾਂ ਮਤਲਬ ਇੱਥੋਂ ਆਹ ਮੈਂ ਡਾਊਟਰ ਲਾਈਨ ਲਾ ਰਿਹਾ, ਇਹਦਾ ਆਪਾਂ ਪਤਾ ਕਰਨਾ ਵੀ ਇਹਦੀ ਦੂਰੀ ਕਿੰਨੀ ਆ ਔਰ ਇਹ ਕਿੰਨੇ ਕਿਲੋਮੀਟਰ ਆ। ਤਾਂ ਹੁਣ ਪੈਥਾਗੋਰਸ ਵਾਲਾ ਕੰਮ ਚੱਲ ਪੈਣਾ ਇੱਥੇ। ਦੇਖੋ ਆ ਆਪਣੇ ਕੋਲੇ O ਆ, ਇੱਥੇ ਮੰਨ ਲਓ A ਮੰਨ ਲਓ, ਇੱਥੇ ਤੁਸੀਂ B ਮੰਨ ਲਓ। ਤਾਂ ਹੁਣ ਇਹਦਾ ਕੀ ਆਊਗਾ AB ਸਕੁਅਰ ਪਲੱਸ AO ਸਕੁਅਰ ਇਜ਼ ਇਕਲ ਟੂ OB ਸਕੁਅਰ। ਹੁਣ AB ਕਿੰਨੀ ਆਪਣੇ ਕੋਲੇ 3, ਤਾਂ 3 ਦਾ ਸਕੁਅਰ ਪਲੱਸ AO 4 ਦਾ ਸਕੁਅਰ ਇਜ਼ ਇਕਲ ਟੂ OB ਦਾ ਸਕੁਅਰ। ਇਹਨਾਂ ਦਾ ਸਕੁਅਰ ਕੀਤਾ 9, ਇਹਨਾਂ ਦਾ ਕੀਤਾ 16 ਇਜ਼ ਇਕਲ ਟੂ OB ਸਕੁਅਰ। ਹੇਅਰ 25 OB, ਇਹਦਾ ਸਕੁਅਰ ਜਦੋਂ ਕੱਟਾਂਗੇ ਤਾਂ ਇਹਦੇ ਕੋਲ ਆ ਜਾਣਾ 5। ਤਾਂ ਸਾਡੇ ਕੋਲੇ ਇਹਦੀ ਡਾਇਰੈਕਸ਼ਨ ਆ ਗਈ 5। ਤਾਂ ਪਹਿਲਾਂ ਤਾਂ ਤੁਸੀਂ ਇਹ 'ਚੋਂ 5 ਦੇਖੋ, ਇਹ 'ਚ 5 ਹੈ ਨਹੀਂ, ਆਹ ਆਪਸ਼ਨ ਗਈ, ਇਹਦੇ 'ਚ 5 ਹੈ ਨਹੀਂ, ਆਹ ਆਪਸ਼ਨ ਗਈ। ਹੁਣ 5 ਇਹਦੇ 'ਚ ਵੀ ਆ, 5 ਇਹਦੇ 'ਚ ਵੀ ਆ, ਤਾਂ ਹੁਣ ਇਹ ਕੰਮ ਆਪਣੇ ਕੋਲੇ ਹੋ ਗਿਆ ਔਖਾ। ਤਾਂ ਹੁਣ ਆਹ ਦੇਖੋ ਆਹ ਪੁਆਇੰਟ 'ਤੇ ਸਿੱਧਾ ਤੁਸੀਂ ਐਵੇਂ ਲਾਓ, ਹੁਣ ਦੇਖੋ ਵੀ ਮਤਲਬ ਕਿਹੜੀ ਡਾਇਰੈਕਸ਼ਨ ਬਣਦੀ ਆ। ਜੇ ਆਹ ਹੁੰਦੀ ਡਾਇਰੈਕਸ਼ਨ ਇੱਥੋਂ, ਠੀਕ ਆ, ਤਾਂ ਈਸਟ ਡਾਇਰੈਕਸ਼ਨ ਹੋ ਜਾਂਦੀ, ਪਰ ਇਹ ਈਸਟ ਤਾਂ ਹੈ ਨਹੀਂ ਨਾ, ਇਹ ਆਪਣੇ ਕੋਲੇ ਨਾਰਥ ਆ, ਤਾਂ ਇਹ ਨਾਰਥ ਅਤੇ ਈਸਟ ਦੇ ਵਿਚਾਲੇ ਆ, ਜਾਣੀ ਕਿ ਨਾਰਥ ਈਸਟ ਦੀ ਡਾਇਰੈਕਸ਼ਨ ਬਣੂਗੀ। ਤਾਂ ਹੁਣ ਆਹ ਬੈਸਟ ਵਾਲੀ ਆ, ਬੈਸਟ ਵਾਲੀ ਆਪਣੇ ਕੋਲ ਬਚੀ ਨਹੀਂ, ਤਾਂ ਇਹ ਆਪਸ਼ਨ ਗਈ। ਤਾਂ ਆਪਣੇ ਕੋਲੇ ਆਨਸਰ ਕਿਹੜਾ ਬਚ ਗਿਆ, ਕੱਲੀ B ਆਪਸ਼ਨ। ਐਲੀਮੀਨੇਟ ਵੀ ਹੋ ਗਈਆਂ ਸਾਰੀਆਂ ਆਪਸ਼ਨਾਂ। ਤਾਂ ਇਹ PPSC 2015 ਦਾ ਪੁੱਛਿਆ ਵਾ ਕੁਐਸਚਨ ਆ। ਤਾਂ ਇਹਨਾਂ ਦੇ ਵਿੱਚ ਪਾਈਥਾਗੋਰਸ ਕਈ ਸਵਾਲਾਂ ਦੇ ਵਿੱਚ ਅੱਗੇ ਜਾ ਕੇ ਯੂਜ਼ ਹੁੰਦੀ ਆ, ਤੁਸੀਂ ਇਹਦਾ ਵੀ ਧਿਆਨ ਰੱਖਣਾ। ਤਾਂ ਹੁਣ ਦੇਖੋ ਆਪਾਂ ਅੱਗੇ ਸਵਾਲ ਦੀ ਗੱਲ ਕਰਦੇ ਹਾਂ। ਰੋਹਨ ਵਾਕ ਅ ਡਿਸਟੈਂਸ ਆਫ 10 ਕਿਲੋਮੀਟਰ ਟੁਵਾਰਡ ਨਾਰਥ। ਤਾਂ ਨਾਰਥ 'ਚ ਗਿਆ ਕਿੰਨਾ 3 ਕਿਲੋਮੀਟਰ, ਆ ਇੱਥੇ 3 ਕਿਲੋਮੀਟਰ ਇੱਧਰ ਨੂੰ ਗਿਆ ਇਹ, ਠੀਕ ਆ, ਨਾਰਥ 'ਚ A ਪੁਆਇੰਟ ਲਿਖ ਲਓ ਇੱਥੇ। ਤਾਂ ਗਿਆ ਦੈਨ ਟੂ ਹਿਜ਼ ਲੈਫਟ, ਦੈਨ ਟਰਨ ਲੈਫਟ, ਮਤਲਬ ਕਿ ਖੱਬੇ ਪਾਸੇ ਮੁੜੂਗਾ। ਤਾਂ ਉਹ ਆਪਦੇ ਇੱਧਰ ਖੱਬੇ ਪਾਸੇ ਮੁੜਿਆ, 2 ਕਿਲੋਮੀਟਰ ਇੱਧਰ ਨੂੰ ਚੱਲ ਪਿਆ, ਇੱਥੇ B ਪੁਆਇੰਟ 'ਤੇ ਆ ਗਿਆ। ਹੀ ਅਗੇਨ ਟਰਨ ਲੈਫਟ, ਤਾਂ ਹੁਣ ਉਹ ਟਰਨ ਆਪਦੀ ਉਹਨੇ ਕਰ ਲਈ, ਫਿਰ ਇੱਧਰ ਨੂੰ ਆ ਗਿਆ 3 ਕਿਲੋਮੀਟਰ। ਹੁਣ ਦੇਖੋ ਆਹ ਡਾਇਰੈਕਸ਼ਨ ਦੇ ਬਿਲਕੁਲ ਉਹ ਸੇਮ ਨੂੰ ਹੋ ਜਾਊਗਾ, ਕਿਉਂਕਿ ਇੱਥੋਂ ਵੀ 3 ਇੱਥੋਂ ਵੀ 3 ਆ। ਐਟ ਦਿਸ ਪੁਆਇੰਟ ਹੀ ਟਰਨ ਟੂ ਹਿਜ਼ ਲੈਫਟ,
ਤਾਂ ਹੁਣ ਦੇਖੋ, ਹੁਣ ਉਹ ਇੱਥੋਂ ਆਪਦਾ ਜੇ ਆਪਾਂ ਤਾਹਾਂ ਨੂੰ ਮੂੰਹ ਕਰਿਆ, ਉੱਪਰ ਮੂੰਹ ਕਰੀ ਬੈਠੇ ਆ, ਆਪਣਾ ਖੱਬਾ ਇੱਧਰ ਆ ਤਾਂ ਇਹਦਾ ਖੱਬਾ ਲੈਫਟ ਇੱਧਰ ਨੂੰ ਹੋਊਗਾ ਨਾ। ਤਾਂ ਉਹਨੇ ਕੀ ਕੀਤਾ, ਲੈਫਟ ਐਂਡ 3 ਇਹ ਤਾਂ ਕਰ ਲਿਆ, ਐਟ ਦਾ ਪੁਆਇੰਟ ਟਰਨ ਲੈਫਟ ਐਂਡ ਵਾਕ 3 ਕਿਲੋਮੀਟਰ। ਤਾਂ ਹੁਣ ਉਹ ਇੱਧਰ ਨੂੰ 3 ਕਿਲੋਮੀਟਰ ਚੱਲਿਆ, ਆ ਇਹਨੂੰ ਟੱਚ ਕਰਦਾ ਹੀ ਜਾਊਗਾ। ਤਾਂ 2 ਕਿਲੋਮੀਟਰ ਤਾਂ ਆਪਣੇ ਕੋਲ ਇੱਥੇ ਤੱਕ ਆਹੀ ਹੋ ਗਿਆ, ਆ ਇੰਨੀ ਡਾਇਰੈਕਸ਼ਨ 2 ਕਿਲੋਮੀਟਰ ਆ, ਤਾਂ ਆ ਵਾਧੂ ਦੀ 3 ਚੋਂ 2 ਕੱਢੇ ਤਾਂ 1 ਬਚ ਗਈ। ਤਾਂ ਆਪਣੇ ਕੋਲੇ ਉਹ ਕਿੰਨਾ ਦੂਰ ਹੈ ਇਹਦੇ ਤੋਂ, 1 ਕਿਲੋਮੀਟਰ ਆਨਸਰ। ਕਲੀਅਰ ਆ। ਅੱਗੇ ਦੇਖੋ, ਦੀਪਕ ਸਟਾਰਟ ਵਾਕਿੰਗ ਸਟ੍ਰੇਟ ਟੂਵਾਰਡ ਈਸਟ, ਮਤਲਬ ਕਿੱਧਰ ਨੂੰ ਜਾ ਰਿਹਾ, ਉਹ ਇੱਥੋਂ ਚੱਲਿਆ ਈਸਟ ਵੱਲ ਨੂੰ ਗਿਆ, ਠੀਕ ਆ, ਈਸਟ ਆਫਟਰ ਵਾਕਿੰਗ 75 ਮੀਟਰਸ, ਤਾਂ 75 ਮੀਟਰ ਇੱਧਰ ਨੂੰ ਚੱਲਿਆ ਉਹ। ਹੀ ਟਰਨ ਟੂ ਦਾ ਲੈਫਟ, ਹੁਣ ਇਹਦਾ ਟਰਨ ਕਿੱਧਰ ਨੂੰ ਆ, ਇੱਧਰ ਨੂੰ, ਐਂਡ ਇੱਧਰ ਨੂੰ ਕਿੰਨਾ ਗਿਆ ਹੈ 25 ਮੀਟਰ। ਅਗੇਨ ਹੀ ਟਰਨ ਟੂ ਲੈਫਟ, ਹੁਣ ਇਹਨੇ ਫੇਰ ਆਪਦਾ ਟਰਨ ਲੈਫਟ ਕੀਤਾ, ਐਂਡ ਕਿੱਦਾਂ ਗਿਆ 40 ਮੀਟਰ। ਤਾਂ ਇੱਥੇ ਆ ਗਿਆ B ਪੁਆਇੰਟ, ਇੱਥੇ ਆ ਗਿਆ ਸਾਡੇ ਕੋਲੇ C ਪੁਆਇੰਟ। ਅਗੇਨ ਹੀ ਟਰਨ ਟੂ ਲੈਫਟ ਐਂਡ ਵਾਕ ਡਿਸਟੈਂਸ 40, ਇਹ ਤਾਂ ਆਪਾਂ ਲਿਖ ਲਿਆ ਨਾ, ਇੱਥੇ ਤੱਕ ਤਾਂ ਲਿਖ ਲਿਆ। ਅਗੇਨ ਹੀ ਟਰਨ ਟੂ ਲੈਫਟ ਐਂਡ ਵਾਕ ਅ ਡਿਸਟੈਂਸ 25 ਮੀਟਰ। ਹੁਣ ਇਹ ਆਪਦਾ ਫੇਰ ਲੈਫਟ ਕਰਦਾ, ਇੱਥੋਂ ਇਹ ਫੇਰ ਆ ਗਿਆ ਇੱਥੇ 25 ਮੀਟਰ ਤੇ ਆ ਗਿਆ, D ਪੁਆਇੰਟ ਤੇ ਆ ਗਿਆ। ਹਾਊ ਫਾਰ ਇਜ਼ ਫਰੋਮ ਦਾ ਸਟਾਰਟ ਪੁਆਇੰਟ, ਹੁਣ ਦੇਖੋ ਆ ਆਪਣੇ ਕੋਲੇ ਕਿੰਨਾ 40 ਆ, ਆਹ ਟੋਟਲ ਕਿੰਨੀ ਆ ਆਪਣੇ ਕੋਲੇ 75 ਆ। ਤਾਂ 75 ਦੇ ਵਿੱਚੋਂ 40 ਤਾਂ ਉਹ ਕਵਰ ਕਰ ਹੀ ਚੁੱਕੇ ਇੱਧਰੋਂ, ਠੀਕ ਆ। ਤਾਂ 75 ਚੋਂ ਇਹਨੂੰ ਜਦੋਂ ਆਪਾਂ 40 ਨੂੰ ਮਾਈਨਸ ਕਰਦੇ ਹਾਂ 5, ਇਹਦੇ ਚੋਂ ਕੀਤੇ 3, ਤਾਂ ਇਹਦਾ ਆਨਸਰ ਆ ਜਾਊਗਾ ਆਪਣੇ ਕੋਲੇ 35। ਤਾਂ 35 ਆਪਣੇ ਕੋਲੇ ਆਪਸ਼ਨਾਂ ਦੇ ਵਿੱਚ ਹੈ ਨਹੀਂ ਆ, ਤਾਂ ਇਹਦਾ ਆਨਸਰ ਆ ਜਾਊਗਾ ਨਨ ਆਫ ਦੀਜ਼, ਕਿਉਂਕਿ ਇਹਦਾ ਆਨਸਰ ਆਉਣਾ ਸੀ ਆਪਣੇ ਕੋਲੇ ਆਹ ਵਾਲੀ ਜਿਹੜੀ ਇੰਨੀ ਡਾਇਰੈਕਸ਼ਨ ਆ ਬਚੂਗੀ ਨਾ ਇੱਥੋਂ, ਇਹ 35 ਹੋਣੀ ਚਾਹੀਦੀ, 35 ਮੀਟਰ। ਤਾਂ ਆ ਨਹੀਂ ਹੈ, ਆ ਨਹੀਂ ਹੈ, ਆ ਨਹੀਂ, ਆ ਵੀ ਨਹੀਂ, ਆ ਵੀ ਨਹੀਂ, ਤਾਂ ਆ ਆਨਸਰ ਆ ਗਿਆ ਤਾਂ ਆਪਣੇ ਕੋਲੇ। ਓਕੇ, ਚਲੋ ਆ ਤੁਹਾਡੇ ਲਈ ਆ ਸੰਜੀਵ ਵਾਕ 10 ਮੀਟਰ ਟੁਵਾਰਡ ਦਾ ਸਾਊਥ, ਇਹ ਤੁਸੀਂ ਕਰਨਾ ਔਰ ਕਮੈਂਟ ਦੇ ਵਿੱਚ ਜਵਾਬ ਦੇਣਾ। ਤਾਂ ਤੁਸੀਂ ਇਹਨੂੰ ਖੁਦ ਟਰਾਈ ਕਰਿਓ ਜੇ ਤੁਸੀਂ ਕੁਛ ਸਿੱਖਿਆ। ਤਾਂ ਐਵੇਂ ਤੁਸੀਂ ਆਪਦੇ ਆਪ ਪ੍ਰਿਪੇਅਰ ਕਰਨਾ ਤਾਂ ਜੋ ਤੁਹਾਡਾ ਵੀ ਕੋਈ ਕੁਐਸਚਨ ਇਹਦੇ ਚੋਂ ਸਕਿਪ ਨਾ ਹੋਵੇ, ਠੀਕ ਆ। ਤਾਂ ਐਵੇਂ ਅਸੀਂ ਤੁਹਾਨੂੰ ਰੀਜ਼ਨਿੰਗ ਦੇ 1 ਬਾਏ 1 ਸਾਰੇ ਚੈਪਟਰ ਕਵਰ ਕਰਵਾਵਾਂਗੇ। ਤਾਂ ਐਵੇਂ ਆਪਾਂ MCQ ਦੇ ਰੂਪ ਦੇ ਵਿੱਚ ਪਹਿਲਾਂ ਆਪਾਂ ਦੇਖਿਆ ਕਰਨਾ ਉਹਦਾ ਬੇਸ ਕੀ ਬਣਦਾ, ਫਿਰ ਆਪਾਂ ਦੇਖਾਂਗੇ ਵੀ ਮਤਲਬ ਉਹਨੂੰ ਕਰਨ ਦਾ ਅਪਰੋਚ ਕੀ ਹੈ ਸਾਡੇ ਕੋਲ। ਹੁਣ ਤੁਹਾਨੂੰ ਇਹਦੀਆਂ ਵਿੱਚ ਵੀ ਆਪਾਂ 2-3 ਅਪਰੋਚ ਦੱਸੀਆਂ ਨੇ, ਕਲੌਕਵਾਈਜ਼ ਅਲੱਗ ਜੋੜ ਲਓ, ਐਂਟੀ ਕਲੌਕਵਾਈਜ਼ ਨੂੰ ਅਲੱਗ ਜੋੜ ਲਓ, ਉਹਨਾਂ ਦੇ ਵਿੱਚੋਂ ਉਹਨਾਂ ਦਾ ਕੀ ਕਰ ਲਓ ਡਿਫਰੈਂਸ ਲੈ ਲਓ, ਤਾਂ ਫਿਰ ਉਹਨੂੰ ਉਹਦੇ ਅਕੋਰਡਿੰਗਲੀ ਚਲਵਾ ਦਿਓ, ਠੀਕ ਆ। ਤੇ ਜੇ ਪੁੱਛਿਆ ਵੀ ਲਾਸਟ ਦੇ ਵਿੱਚ ਉਹ ਕਿੱਧਰ ਨੂੰ ਫੇਸ ਕਰੀ ਖੜਾ, ਤੁਹਾਨੂੰ ਡਾਇਰੈਕਸ਼ਨ ਨਹੀਂ ਪੁੱਛੀ, ਮਤਲਬ ਕਿੰਨਾ ਡਿਸਟੈਂਸ ਆ ਉਹ ਨਹੀਂ ਪੁੱਛਿਆ, ਕੱਲੀ ਡਾਇਰੈਕਸ਼ਨ ਪੁੱਛਦੇ ਆ, ਤਾਂ ਤੁਸੀਂ ਉੱਪਰ ਲਿਖੋ ਕਿਹੜੀ ਦਿਸ਼ਾ ਦੇ ਵਿੱਚ ਜਾ ਗਿਆ ਸੀ ਪਹਿਲਾਂ, ਕਿੰਨੇ ਲੈਫਟ ਨੇ ਕਿੰਨੇ ਰਾਈਟ ਨੇ, ਉਹਨਾਂ ਨੂੰ ਆਪਸ ਦੇ ਵਿੱਚ ਕੀ ਕਰ ਦਿਓ ਕੈਂਸਲ ਕਰ ਦਿਓ ਜੋ ਹੁੰਦੇ ਆ, ਫਿਰ ਜਿਹੜੇ ਬਚ ਗਏ ਉਹਨਾਂ ਦੇ ਅਕੋਰਡਿੰਗਲੀ ਚਲਵਾਉਣਾ ਹੁੰਦਾ। ਤਾਂ ਰਾਈਟ ਆਪਣਾ ਕੀ ਹੁੰਦਾ ਕਲੌਕਵਾਈਜ਼ 90 ਡਿਗਰੀ, ਲੈਫਟ ਆਪਣਾ ਐਂਟੀ ਕਲੌਕਵਾਈਜ਼ 90 ਡਿਗਰੀ। ਜੇ ਕਿਤੇ ਵੀ 180 ਆ ਜੇ ਤਾਂ ਉਹ ਜਿਹੜੀ ਵੀ ਡਾਇਰੈਕਸ਼ਨ ਹੋਊਗੀ, ਜੇ ਮਤਲਬ ਤੁਹਾਡੇ ਕੋਲੇ ਆ ਜੇ ਵੀ ਲਗਾਤਾਰ ਉਹ 2 ਰਾਈਟ ਲਊਗਾ, ਤਾਂ ਹੁਣ ਇਹ ਜੇ ਨਾਰਥ ਵੱਲ ਖੜਾ ਤਾਂ ਲਗਾਤਾਰ ਉਹਨੇ 2 ਰਾਈਟ ਲਏ, ਤਾਂ ਇੱਥੇ ਦੇਖੋ ਇੱਧਰ, ਤਾਂ ਮਤਲਬ ਉੱਪਰ ਨੂੰ ਇੱਥੇ ਮੂੰਹ ਕਰੀ ਖੜਾ, ਠੀਕ ਆ। ਤਾਂ ਉਹਨੇ 2 ਰਾਈਟ ਲੈ ਲਏ, ਤਾਂ ਇੱਕ ਰਾਈਟ ਲਿਆ 90 ਡਿਗਰੀ ਇੱਥੇ ਆ ਗਿਆ, ਦੂਜਾ ਰਾਈਟ ਲਿਆ ਉਹਨੇ 90 ਡਿਗਰੀ ਇੱਥੇ ਆ ਗਿਆ, ਤਾਂ ਟੋਟਲ 180 ਹੋ ਗਿਆ ਨਾ। ਤਾਂ ਤੁਸੀਂ ਸਿੱਧਾ ਹੀ ਯਾਦ ਰੱਖਣਾ ਵੀ 2 ਰਾਈਟ ਦੇ ਸਿੱਧਾ ਹੀ ਉਹਨੇ ਇੱਥੇ ਆ ਜਾਣਾ, ਠੀਕ ਆ। ਤਾਂ ਸਿੱਧਾ ਉਲਟ ਕਰ ਦੇਣਾ ਹੁੰਦਾ, ਜਿੱਥੇ ਆਪਣੇ ਕੋਲੇ 2 ਰਾਈਟ ਆ ਜਾਣ 2 ਇਕੱਠੇ ਲੈਫਟ ਆ ਜਾਣ, 180 ਦੇ ਹਿਸਾਬ ਨਾਲ ਤੁਸੀਂ ਇਹਨੂੰ ਕਰ ਦੇਣਾ। ਹੁਣ ਆ ਤੁਹਾਨੂੰ ਜੇ ਰਜੇ ਇਹ ਸਾਰੇ ਕੁਐਸਚਨ ਹੀ ਪਹਿਲਾਂ ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਪੁੱਛੇ ਗਏ ਨੇ, ਆ 2 ਤੋਂ 3 ਕੁਐਸਚਨ ਤਾਂ ਆਪਣੇ PPSC ਦੇ ਨੇ, ਬਾਕੀ ਵੀ ਕੋਈ SSC ਦੇ ਐਗਜ਼ਾਮ ਦਾ, ਕੋਈ UPSC ਦੇ ਐਗਜ਼ਾਮ ਦਾ, ਸਾਰੇ ਕਿਸੇ ਪੁੱਛੇ ਹੋਏ ਐਗਜ਼ਾਮ ਦੇ ਵਿੱਚੋਂ ਕੁਐਸਚਨ ਨੇ, ਠੀਕ ਆ। ਤਾਂ ਤੁਸੀਂ ਹੁਣ ਇਹਨਾਂ ਨੂੰ ਟਰਾਈ ਕਰਨਾ ਔਰ 10ਵੇਂ ਸਵਾਲ ਦਾ ਜਵਾਬ ਤੁਸੀਂ ਖੁਦ ਦੇਣਾ। ਤਾਂ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਠੀਕ ਆ। ਪੰਜਾਬ ਸਟੱਡੀ IQ, ਥੈਂਕ ਯੂ।